ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋਂ, ਹਿਰਦੈ ਧਿਆਵੋਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ, ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ, ਤਹਾਰੋਂ ਤਹਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦਾਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਸਤਨਾਮ ਸਭ ਦੇਹਨ ਅੰਨ ਪਚਾਵਤ, ਪਾਵਤ ਪ੍ਰਾਨ ਆਧਾਰ ਤੁਰੂ। ਬ੍ਰਿੰਦ ਰਖੀਕ ਅਚੇਤਨ ਜੇ, ਤਿਨ ਕੇ ਵਿਵਹਾਰ ਕਰੇ ਜੇ ਸ਼ੁਰੂ। ਅੰਤਰ ਜੇ ਮਤ ਆਦਿਕ ਹੈ ਜੜ, ਤੇ ਚਿਤ ਕੈ ਫੁਰਨਾ ਸੋ ਫੁਰੂ। ਜੋ ਅਸਚਰਜ ਮਹਾ ਬਿਸਮਾਵਤ, ਤਾਹਿ ਕਹੋ ਮੁਖ ਵਾਹਿਗੁਰੂ। ਜੋ ਸਭ ਦੇਹਨ ਅੰਨ ਪਚਾਵਤ, ਪਾਵਤ ਪ੍ਰਾਨ ਆਧਾਰ ਤੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਜੁਗਹੁ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ। ਵਾਲੀਏ ਦੋ ਜਹਾਨ ਸ਼ਬਦਾ ਅਵਤਾਰ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ
ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ। ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ। ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਭਾਣਾ ਵਰਤਾ ਦਿੱਤਾ, ਫਿਰ ਬਾਅਦ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਦੋਵੇਂ ਸਪੁੱਤਰ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਇਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਹੁੰਚਦੇ ਹਨ। ਪਹੁੰਚ ਕਰਕੇ ਇਹਨਾਂ ਨੇ ਬੇਨਤੀ ਕੀਤੀ ਹੈ, ਕਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਵਾਰੀ ਉੱਠ ਕੇ ਆਓ, ਸਾਨੂੰ ਆਪਣੇ ਗਲੇ ਦੇ ਨਾਲ ਲਾਓ। ਜੇ ਆਪ ਜੀ ਦਰਸ਼ਨ ਦਿਓਗੇ ਤਾਂ ਸਤਿਗੁਰੂ ਮਹਾਰਾਜ ਸਾਡਾ ਜਨਮ ਜਿਹੜਾ ਹੈ ਕਿਰਤਾਰਥ ਹੋ ਜਾਵੇਗਾ। ਹਾਲੇ ਤੱਕ ਸਤਿਗੁਰੂ ਮਹਾਰਾਜ ਅਸੀਂ ਆਪ ਜੀ ਨੂੰ ਆਮ ਸੰਸਾਰੀ ਜੀਵ, ਆਮ ਇੱਕ ਸਧਾਰਨ ਜਿਸ ਤਰ੍ਹਾਂ ਇੱਕ ਬੱਚਾ ਆਪਣੇ ਪਿਤਾ ਨੂੰ ਵੇਖਦਾ, ਬਸ ਆਪ ਜੀ ਦੇ ਵਿੱਚ ਅਸਾਂ ਨੇ ਆਪਣੇ ਪਿਤਾ ਦਾ ਹੀ ਰੂਪ ਵੇਖਣਾ ਕੀਤਾ। ਕਦੇ ਉਹ ਦ੍ਰਿਸ਼ਟੀ ਦੇ ਨਾਲ ਨਹੀਂ ਤੱਕਿਆ ਕਿ ਆਪ ਜੀ ਗੁਰ ਪਰਮੇਸ਼ਰ ਹੋ, ਪਿਤਾ ਸਤਿਗੁਰੂ ਹੋ ਕਰਕੇ। ਜਦੋਂ ਇਹ ਬਾਰੰਬਾਰ ਬੇਨਤੀ ਕੀਤੀ ਸਤਿਗੁਰੂ ਮਹਾਰਾਜ, ਫਿਰ ਮਹਾਰਾਜ ਜੀ ਨੇ ਤਾਂ ਕਮਰ ਕੱਸਾ ਕੱਸ ਲਿਆ ਸੀ, ਫਿਰ ਉੱਠ ਕੇ ਆਏ ਤੇ ਆਪਣੇ ਬੱਚਿਆਂ ਨੂੰ ਬਾਬਾ ਸ਼੍ਰੀ ਚੰਦ ਤੇ ਬਾਬੇ ਲਖਮੀ ਦਾਸ ਨੂੰ ਉਹਨਾਂ ਨੇ ਜਦੋਂ ਬਚਨ ਕੀਤਾ ਕਿ ਆ ਸਤਿਗੁਰੂ ਮਹਾਰਾਜ ਆਪ ਜੀ ਸਾਨੂੰ ਖਾਲੀ ਛੱਡ ਕੇ ਜਾ ਰਹੇ ਹੋ, ਕਿਉਂਕਿ ਪਿਤਾ ਦੀ ਵਸਤੂ ਜੋ ਵੀ ਹੁੰਦੀ ਹੈ ਉਹਦੇ ਉੱਤੇ ਬੱਚਿਆਂ ਦਾ, ਪੁੱਤਰਾਂ ਦਾ ਅਧਿਕਾਰ ਹੁੰਦਾ। ਲੇਕਿਨ ਆਪ ਜੀ ਨੇ ਆਪਣਾ ਸਭ ਕੁਝ ਜਿਹੜਾ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਦੇ ਦਿੱਤਾ, ਅਸੀਂ ਤਾਂ ਖਾਲੀ ਰਹਿ ਗਏ। ਫਿਰ ਸਰ ਤੀਰਥਾਂ ਸਹਿਜ ਜੋਗ ਬੇਬਾਨ ਇਹ ਸ਼ਬਦ ਉਚਾਰਨ ਕਰਕੇ ਮਹਾਰਾਜ ਜੀ ਨੇ ਕਿਹਾ, ਕਰਮ ਸੱਚਾ ਨੀਸਾਨ ਕੇ ਭਾਈ, ਭਾਵੇਂ ਬੰਦਾ ਜੋ ਮਰਜੀ ਕੰਮ ਕਰ ਲੈਣਾ ਕਰੇ, ਲੱਖ ਉਹਦੇ ਕੋਲ ਚੰਗਿਆਈਆਂ ਹੋਵੇ, ਲੱਖ ਉਹ ਪੁੰਨੀ ਹੋਵੇ, ਲੱਖ ਉਹ ਪ੍ਰਵਾਨ ਕੰਮ ਕਰਦਾ ਹੋਵੇ, ਲੱਖ ਉਹਨੇ ਸਹਿਜ ਜੋਗ ਕਰਨਾ ਕੀਤਾ, ਲੱਖ ਉਹ ਸੁਰਤਨ ਹੋਵੇ, ਸੰਗਰਾਮ ਦੇ ਵਿੱਚ ਜੂਝਣ ਵਾਲਾ ਹੋਵੇ, ਜੂਝਦੇ ਜਿਹੜਾ ਵੀਰ ਗਤੀ ਨੂੰ ਪ੍ਰਾਪਤ ਹੋ ਜਾਵੇ। ਨਾਨਕ ਮਤੀ ਮਿਥਿਆ ਕਰਮ ਸੱਚਾ ਨੀਸਾਨ। ਇਹ ਸਾਰੀਆਂ ਮਤਾਂ ਇਹ ਸ਼ਬਦ ਉਚਾਰਨ ਕਰਕੇ ਮਹਾਰਾਜ ਆਪ ਜੀ ਸਾਨੂੰ ਖਾਲੀ ਛੱਡ ਕੇ ਜਾ ਰਹੇ ਹੋ, ਕਿਉਂਕਿ ਪਿਤਾ ਦੀ ਵਸਤੂ ਜੋ ਵੀ ਹੁੰਦੀ ਹੈ ਉਹਦੇ ਉੱਤੇ ਬੱਚਿਆਂ ਦਾ, ਪੁੱਤਰਾਂ ਦਾ ਅਧਿਕਾਰ ਹੁੰਦਾ। ਲੇਕਿਨ ਆਪ ਜੀ ਨੇ ਆਪਣਾ ਸਭ ਕੁਝ ਜਿਹੜਾ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਦੇ ਦਿੱਤਾ, ਅਸੀਂ ਤਾਂ ਖਾਲੀ ਰਹਿ ਗਏ। ਫਿਰ ਸਤਿਗੁਰੂ ਮਹਾਰਾਜ ਜੀ ਨੇ ਆਸਾ ਦੀ ਵਾਰ ਦਾ ਸ਼ਬਦ ਉਚਾਰਨ ਕਰਕੇ ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਨ, ਲੱਖ ਤਪ ਪਰ ਤੀਰਥਾਂ ਸਹਿਜ ਜੋਗ ਬੇਬਾਨ ਇਹ ਸ਼ਬਦ ਉਚਾਰਨ ਕਰਕੇ ਮਹਾਰਾਜ ਜੀ ਨੇ ਕਿਹਾ, ਕਰਮ ਸੱਚਾ ਨੀਸਾਨ ਕੇ ਭਾਈ, ਭਾਵੇਂ ਬੰਦਾ ਜੋ ਮਰਜੀ ਕੰਮ ਕਰ ਲੈਣਾ ਕਰੇ, ਲੱਖ ਉਹਦੇ ਕੋਲ ਚੰਗਿਆਈਆਂ ਹੋਵੇ, ਲੱਖ ਉਹ ਪੁੰਨੀ ਹੋਵੇ, ਲੱਖ ਉਹ ਪ੍ਰਵਾਨ ਕੰਮ ਕਰਦਾ ਹੋਵੇ, ਲੱਖ ਉਹਨੇ ਸਹਿਜ ਜੋਗ ਕਰਨਾ ਕੀਤਾ, ਲੱਖ ਉਹ ਸੁਰਤਨ ਹੋਵੇ, ਸੰਗਰਾਮ ਦੇ ਵਿੱਚ ਜੂਝਣ ਵਾਲਾ ਹੋਵੇ, ਜੂਝਦੇ ਜਿਹੜਾ ਵੀਰ ਗਤੀ ਨੂੰ ਪ੍ਰਾਪਤ ਹੋ ਜਾਵੇ। ਨਾਨਕ ਮਤੀ ਮਿਥਿਆ ਕਰਮ ਸੱਚਾ ਨੀਸਾਨ। ਇਹ ਸਾਰੀਆਂ ਮਤਾਂ ਜਿਹੜੀਆਂ ਭਾਈ ਇਹ ਮਿਥਿਆ ਹਨ ਤੇ ਪਰਮਾਤਮਾ ਦਾ ਕਰਮ, ਪਰਮਾਤਮਾ ਦੀ ਰਹਿਮ ਹੀ ਸੱਚੀ ਹੈ। ਜਿਹਦੇ ਉੱਤੇ ਰੱਬ ਦੀ ਮਿਹਰ ਹੁੰਦੀ ਹੈ ਉਹ ਮਿਹਰ ਦੇ ਪਾਤਰ ਬਣ ਜਾਂਦੇ ਹਨ। ਦਾਤ ਜੋਤ ਖਸਮੇ ਵਡਿਆਈ, ਇਹ ਸਾਡੇ ਵੀ ਹੱਥ ਵਿੱਚ ਨਹੀਂ ਹੈ। ਤੇ ਮਹਾਰਾਜ ਜੀ ਨੇ ਕਿਹਾ, ਸ਼ਬਦ ਦਾ ਪ੍ਰਕਾਸ਼ ਤਾਂ ਉਹਨਾਂ ਨੂੰ ਦੇ ਦਿੱਤਾ, ਗੁਰਤਾ ਗੱਦੀ ਦੇ ਤਾਂ ਉਹ ਮਾਲਕ ਹੋਣਗੇ ਗੁਰੂ ਅੰਗਦ ਦੇਵ ਜੀ ਮਹਾਰਾਜ। ਲੇਕਿਨ ਮਹਾਰਾਜ ਜੀ ਨੇ ਇਹ ਵੀ ਬਚਨ ਕੀਤਾ
ਕਿ ਜੋ ਗੁਰੂ ਘਰ ਦੇ ਕੂਕਰ ਹੁੰਦੇ ਹਨ ਤੇ ਕੂਕਰਾਂ ਦੇ ਵਿੱਚ ਵੀ ਕਰਾਮਾਤ ਆ ਜਾਂਦੀ ਹੈ। ਕੁੱਤੇ ਵੀ ਜਿਹੜੇ ਹਨ ਉਹ ਬੋਲਣ ਲੱਗ ਪੈਂਦੇ ਹਨ, ਉਹਨਾਂ ਨੂੰ ਵੀ ਲੋਕੀ ਨਮਸਕਾਰ ਕਰਦੇ ਹਨ। ਜਿਸ ਬਾਬਤ ਦਾਸ ਨੇ ਕਿਹਾ ਸੀ, ਅੱਜ ਵੀ ਪਿਆਰਿਓ ਹਜੂਰ ਸਾਹਿਬ ਦੀ ਧਰਤੀ ਤੇ ਵੇਖਣਾ ਹੈ ਲੰਗਰ ਸਾਹਿਬ ਆਦਿਕ, ਉਹ ਕੁੱਤੇ ਜਿਹੜੇ ਹਨ ਜਿਨ੍ਹਾਂ ਨੇ ਰਹਿ ਕਰਕੇ ਚੌਕੀਦਾਰੀ ਕਰਨੀ ਕੀਤੀ, ਅੱਜ ਸੰਗਤਾਂ ਵੀ ਜਦੋਂ ਜਾਂਦੀਆਂ ਨਾ ਉਹਨਾਂ ਕੁੱਤਿਆਂ ਨੂੰ ਵੇਖ ਕਰਕੇ ਵੇਖਿਆ ਜਾਵੇ ਤਾਂ ਪਿਆਰਿਓ ਤਨ ਕਰਕੇ ਤਾਂ ਉਹ ਕੁੱਤੇ ਹਨ, ਕੁੱਤੇ ਦੀ ਜੋਨੀ ਭੋਗ ਰਹੇ, ਲੇਕਿਨ ਗੁਰੂ ਘਰ ਦੇ ਵਿੱਚ ਪਹਿਰਾ ਦਿੰਦੇ ਸਨ, ਤਾਂ ਕਰਕੇ ਅੱਜ ਵੀ ਉਹਨਾਂ ਨੂੰ ਨਮਸਕਾਰਾਂ ਵੱਜਦੀਆਂ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਤੁਹਾਨੂੰ ਕੋਈ ਕਮੀ ਨਹੀਂ ਰਵੇਗੀ, 9 ਨਿਧੀਆਂ 18 ਸਿੱਧੀਆਂ ਦੇ ਤੁਸੀਂ ਮਾਲਕ ਹੋਗੇ। ਫਿਰ ਬਾਅਦ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਕਿਹਾ ਸਤਿਗੁਰੂ ਮਹਾਰਾਜ ਜੋ ਆਪ ਜੀ ਨੇ ਕਿਹਾ ਨਾ, ਸਾਰੀਆਂ ਸੰਗਤਾਂ ਨੂੰ ਇਹ ਉਪਦੇਸ਼ ਦਿੰਦੇ ਕਿ ਭਾਈ ਸਤਨਾਮ ਵਾਹਿਗੁਰੂ ਦਾ ਜਾਪ ਕਰੋ। ਸਤਨਾਮ ਦਾ ਚੱਕਰ ਫਿਰਾਇਆ ਸਾਰੇ ਜਗਤ ਦੇ ਵਿੱਚ, ਆਪ ਜੀਆਂ ਨੇ ਸਤਨਾਮ ਵਾਹਿਗੁਰੂ ਦਾ ਚੱਕਰ ਫਿਰਾਉਣਾ ਕੀਤਾ। ਕਿਰਪਾ ਕਰੋ ਮਹਾਰਾਜ ਇਹ ਸਤਨਾਮ ਵਾਹਿਗੁਰੂ ਦੇ ਅਰਥ ਵੀ ਆਪ ਜੀ ਸਪਸ਼ਟ ਕਰ ਦਿਓ। ਇਹ ਮੇਰੀ ਨਹੀਂ, ਇਹ ਸੰਗਤਾਂ ਦੀ ਬੇਨਤੀ ਹੈ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ 8 ਬੰਦ 8 ਸਵਈਆਂ ਦੇ ਵਿੱਚ 8 ਵੱਖ-ਵੱਖ ਤਰੀਕਿਆਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਵਾਹਿਗੁਰੂ ਦਾ ਸਤਨਾਮ ਦਾ ਅਰਥ ਕਰਨਾ ਕੀਤਾ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਨੇ 3-4 ਜਿਹੜੇ ਅਰਥ ਜਿਹੜੇ ਹਨ ਜੋ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕੀਤੇ, ਜਿਹਨੂੰ ਕਵੀ ਰਾਜ ਜੀ ਨੇ ਬਾਅਦ ਵਿੱਚ ਕਲਮ ਬੰਦ ਕਰਨਾ ਕੀਤਾ, ਉਹਦੇ ਅਰਥਾਂ ਨੂੰ ਆਪ ਜੀ ਨੇ ਸਰਵਣ ਕੀਤਾ। ਹੁਣ ਰਹਿੰਦੇ ਸਤਿਗੁਰੂ ਮਹਾਰਾਜ ਕਿਸ ਤਰ੍ਹਾਂ ਵਾਹਿਗੁਰੂ ਪਦ ਦੇ ਸਤਨਾਮ ਦੇ ਅਰਥ ਕਰਦੇ ਹਨ, ਉਹ ਵਿਚਾਰ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਭਈਆ ਜੋ ਸਭ ਦੇਹਨ ਅੰਨ ਪਚਾਵਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਵਾਹਿਗੁਰੂ ਦਾ ਵੱਖਰੇ ਤਰੀਕੇ ਦੇ ਨਾਲ ਅਰਥ ਕਰਦੇ ਹਨ। ਵਾਹਿਗੁਰੂ ਕਿਹਨੂੰ ਬੋਲਦੇ ਹਨ, ਉਹ ਵਾਹਿ ਸ਼ਬਦ ਦਾ ਕੀ ਅਰਥ ਹੈ, ਉਹ ਆਸ਼ਚਰਜ ਰੂਪ ਜਿਹੜਾ ਹੈ ਉਹਦੇ ਬਾਬਤ ਸਤਿਗੁਰੂ ਮਹਾਰਾਜ ਜੀ ਤਰ੍ਹਾਂ ਤਰ੍ਹਾਂ ਦੇ ਹੀਲੇ, ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਵਰਤ ਕਰਕੇ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ। ਆ ਜਿਹੜਾ ਪਿਆਰਿਓ ਬੰਦ ਹੈ, ਇਹ ਜਿਹੜਾ ਸਵਈਆ ਹੈ ਤੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਬਹੁਤ ਵਧੀਆ ਛੰਦਾਬੰਦੀ ਦੇ ਵਿੱਚ ਇਹਨੂੰ ਕਲਮ ਬੰਦ ਕਰਨਾ ਕੀਤਾ। ਇਹ ਸਵਈਏ ਦੇ ਵਿੱਚ ਸਤਿਗੁਰੂ ਮਹਾਰਾਜ ਸਰੀਰ ਦਾ ਉਦਾਹਰਨ ਲੈ ਕਰਕੇ, ਸਰੀਰ ਦੇ ਦ੍ਰਿਸ਼ਟਾਂਤ ਵਰਤ ਕਰਕੇ ਸਤਿਗੁਰੂ ਮਹਾਰਾਜ ਜੀ ਸਾਨੂੰ ਸਮਝਾਉਂਦੇ ਹਨ ਕਿ ਵਾਹਿਗੁਰੂ ਕੀ ਹੈ, ਉਹ ਵਾਹਿਗੁਰੂ ਕੀ ਕਰਦਾ। ਸਤਿਗੁਰੂ ਮਹਾਰਾਜ ਕਹਿੰਦੇ ਕਿ ਜੋ ਸਭ ਦੇਹਨ ਅੰਨ ਪਚਾਵਤ। ਅੰਨ ਪਿਆਰਿਓ ਆਪਾਂ ਛਕਦੇ ਹਾਂ, ਅੰਨ ਤਾਂ ਬੰਦੇ ਨੂੰ ਛਕਣਾ ਪੈਂਦਾ। ਇਹ ਅੱਧਾ ਕੰਮ, ਕਿਉਂਕਿ ਇੱਕ ਗੱਲ ਕਦੇ ਵੀ ਯਾਦ ਰੱਖਣੀ ਚਾਹੀਦੀ ਹੈ, ਕਦੇ ਵੀ ਪੂਰਾ ਕੰਮ ਜਿਹੜਾ ਹੈ ਆਪਾਂ ਕਹਿ ਦਿੰਦੇ ਨਾ ਜੀ ਕਿ ਪ੍ਰਮਾਤਮਾ ਕਰਦਾ, ਨਹੀਂ ਪਿਆਰਿਓ, ਅੱਧਾ ਕੰਮ ਸਾਨੂੰ ਵੀ ਕਰਨਾ ਪੈਂਦਾ। ਪਹਿਲਾ ਕੰਮ ਸਾਨੂੰ ਕਰਨਾ ਪੈਂਦਾ, ਫਿਰ ਪ੍ਰਮਾਤਮਾ ਜਿਹੜਾ ਹੈ ਉਹ ਫਿਰ ਮਦਦਗਾਰ ਹੁੰਦਾ, ਫਿਰ ਪ੍ਰਮਾਤਮਾ ਸਾਡੀ ਰਾਖੀ ਕਰਦਾ ਹੈ, ਉਹ ਕੰਮ ਨੂੰ ਅੱਗੇ ਵਧਾਉਂਦਾ। ਕੋਈ ਬੰਦਾ ਕਦਮ ਹੀ ਨਾ ਪੁੱਟੇ, ਜਿਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਨਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਜਿਹੜਾ ਇੱਕ ਪੈਂਡਾ ਚੱਲਦਾ, ਪਹਿਲਾ ਪੈਂਡਾ ਪਿਆਰਿਓ ਬੰਦੇ ਨੂੰ ਚੁੱਕਣਾ ਪੈਂਦਾ, ਤਾਂ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤਾਂ ਸਤਿਗੁਰੂ ਮਹਾਰਾਜ ਅੱਗੇ ਵੱਧ ਕਰਕੇ ਆਪਣੇ ਸਿੱਖ ਨੂੰ ਜੀ ਆਇਆਂ ਨੂੰ ਕਹਿੰਦੇ ਹਨ। ਇਸ ਤਰ੍ਹਾਂ ਹੀ ਪਿਆਰਿਓ ਆਪਾਂ ਪ੍ਰਸ਼ਾਦਾ ਛਕਦੇ ਹਾਂ। ਜੇ ਪ੍ਰਸ਼ਾਦਾ ਨਹੀਂ ਛਕੋਗੇ
ਤੇ ਕਦੇ ਇਹ ਨਹੀਂ ਹੋਇਆ ਕਿ ਭਾਈ ਆਪ ਪ੍ਰਮਾਤਮਾ ਆਇਆ ਜੀ ਉਹਨੇ ਤੁਹਾਨੂੰ ਪ੍ਰਸ਼ਾਦਾ ਛਕਾਇਆ। ਨਹੀਂ ਪਿਆਰਿਓ, ਪ੍ਰਮਾਤਮਾ ਜਿਹੜਾ ਹੈ ਕਦੇ ਕਿਹਨੂੰ ਛਕਾਉਂਦਾ ਨਹੀਂ ਹੈ। ਛਕਣਾ ਤਾਂ ਤੁਹਾਨੂੰ ਆਪਣੇ ਹੱਥਾਂ ਦੇ ਨਾਲ ਪੈਂਦਾ, ਲੇਕਿਨ ਪਾਚਣ ਦੀ ਕਿਰਿਆ ਜਿਹੜੀ ਹੈ ਉਹ ਬੰਦੇ ਦੇ ਵੱਸ ਦੇ ਵਿੱਚ ਨਹੀਂ ਹੈ। ਆਪਾਂ ਕਹਿੰਦੇ ਹਾਂ ਕਿ ਪ੍ਰਮਾਤਮਾ ਰੱਬ ਕਿੱਥੇ ਹੈ। ਆਮ ਲੋਕ ਕਹਿ ਦਿੰਦੇ ਹਨ, ਸਾਡੀ ਵੀ ਪਿਆਰਿਓ ਇਹੀ ਭਾਵਨਾ, ਆਪਾਂ ਵੀ ਕਹਿ ਦਿੰਦੇ ਹਾਂ ਭਾਈ ਰੱਬ ਕਿੱਥੇ ਆ, ਉਹ ਕੀ ਕੰਮ ਕਰਦਾ। ਤੇ ਉਹ ਸਤਿਗੁਰੂ ਮਹਾਰਾਜ ਜੀ ਦੱਸਦੇ ਹਨ ਕਿ ਵਾਹਿਗੁਰੂ ਕੀ ਹੈ, ਵਾਹਿਗੁਰੂ ਜੀ ਕੀ ਕੰਮ ਕਰਦੇ ਹਨ। ਆਪਾਂ ਤਾਂ ਪਿਆਰਿਓ ਸਿਰਫ ਪ੍ਰਸ਼ਾਦਾ ਛਕਦੇ ਹਾਂ। ਕਦੇ ਹੁਣ ਜਦੋਂ ਵੀ ਆਪ ਜੀ ਪ੍ਰਸ਼ਾਦਾ ਛਕੋਗੇ, ਇੱਕ ਗੱਲ ਨੋਟ ਕਰੋ, ਇੱਕ ਥੋੜਾ ਧਿਆਨ ਦੇ ਵਿੱਚ ਲੈ ਕੇ ਆਓ। ਪ੍ਰਸ਼ਾਦੇ ਨੂੰ ਲੋ, ਬੁਰਕੀ ਤੋੜੋਗੇ ਸਬਜ਼ੀ ਜਾਂ ਦਾਲ ਦੇ ਨਾਲ ਲਾ ਕਰਕੇ, ਬੰਦੇ ਦਾ ਕੰਮ ਹੁੰਦਾ ਮੂੰਹ ਦੇ ਵਿੱਚ ਪਾਉਣਾ। ਆਪਾਂ ਹੱਥ ਨਾਲ ਮੂੰਹ ਦੇ ਵਿੱਚ ਪ੍ਰਸ਼ਾਦਾ ਪਾ ਦਿੰਦੇ ਆ, ਰਸਨਾ ਨੂੰ ਸਵਾਦ ਆ ਜਾਂਦਾ ਤੇ ਦੰਦ ਜਿਹੜੇ ਹਨ ਉਹਨੂੰ ਚੀਥ ਕਰਕੇ ਰੱਖ ਦਿੰਦੇ ਹਨ। ਫਿਰ ਉਹੀ ਰਸਨਾ ਜ਼ਬਾਨ ਜਿਹੜੀ ਹੈ ਉਹ ਪ੍ਰਸ਼ਾਦੇ ਨੂੰ ਅੰਦਰ ਧੱਕ ਦਿੰਦੀ ਹੈ। ਬਸ ਪਿਆਰਿਓ, ਇੰਨਾ ਹੀ ਕੰਮ ਜਿਹੜਾ ਹੈ ਸਾਡਾ ਹੁੰਦਾ। ਪ੍ਰਸ਼ਾਦਾ ਛਕਣਾ, ਉਹਦਾ ਸਵਾਦ ਲੈਣਾ, ਦੰਦਾਂ ਨੇ ਚੀਥ ਕੇ ਰੱਖ ਦੇਣਾ ਤੇ ਅੰਦਰ ਆਪਾਂ ਗਟਾਕ ਕਰ ਲੈਂਦੇ ਆ। ਫਿਰ ਪਿਆਰਿਓ, ਸਾਨੂੰ ਕੋਈ ਪਤਾ ਨਹੀਂ ਹੈ ਕਿ ਉਹ ਪ੍ਰਸ਼ਾਦੇ ਦਾ ਕੀ ਹੋ ਰਿਹਾ। ਕਦੇ ਵੇਖਿਆ ਕਿ ਭਾਈ ਉਹ ਛਕਿਆ, ਉਹ ਕਿੱਥੇ ਗਿਆ ਕਰਕੇ। ਬਸ ਇੱਕ ਵਾਰੀ ਮੂੰਹ ਦੇ ਅੰਦਰ ਜਿਹੜੀ ਨਾਲੀ ਹੈ ਗਲੇ ਦੀ, ਤੇ ਉਹਦੇ ਅੰਦਰ ਇੱਕ ਵਾਰੀ ਪੈ ਜਾਵੇ, ਫਿਰ ਅਗਲਾ ਕੰਮ ਜਿਹੜਾ ਪਚਾਉਣ ਦੀ ਕਿਰਿਆ। ਕਈ ਕਹਿ ਦਿੰਦੇ ਨਾ ਜੀ ਰੱਬ ਕੀ ਕਰਦਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਵਾਹਿਗੁਰੂ ਇਹ ਕੰਮ ਕਰਦਾ। ਭਾਈ ਛਕਣਾ ਤਾਂ ਤੇਰੇ ਹੱਥ ਦੇ ਵਿੱਚ ਹੈ, ਲੇਕਿਨ ਉਹ ਪ੍ਰਸ਼ਾਦੇ ਨੂੰ ਪਚਾਉਣ ਵਾਲਾ ਉਹ ਪ੍ਰਮਾਤਮਾ ਹੈ, ਵਾਹਿਗੁਰੂ ਹੈ। ਸਤਿਗੁਰੂ ਮਹਾਰਾਜ ਜੀ ਦੱਸਦੇ ਉਹ ਪ੍ਰਮਾਤਮਾ ਦੀ ਦਾਤ ਹੈ। ਉਹ ਪ੍ਰਸ਼ਾਦਾ ਆਪਾਂ ਛਕਦੇ, ਉਹਨੂੰ ਪਚਾਉਂਦਾ ਉਹ ਜੋ ਸ਼ਕਤੀ ਹੈ ਉਹ ਪਚਾਉਂਦੀ ਹੈ। ਤੇ ਪਚਾ ਕਰਕੇ ਪਿਆਰਿਓ 8 ਵੱਖਰੇ ਵੱਖਰੇ ਤੱਤਾਂ ਦੇ ਵਿੱਚ ਪਰ ਜਿਹੜਾ ਪ੍ਰਸ਼ਾਦਾ ਜਿਹੜਾ ਹੈ ਉਹ ਕਨਵਰਟ ਹੋ ਜਾਂਦਾ। ਉਹਦੇ ਨਾਲ ਲਹੂ ਬਣਦਾ, ਮਿੱਝ ਬਣਦੀ ਹੈ, ਮਾਂਸ ਬਣਦਾ ਹੈ, ਹੱਡੀਆਂ ਬਣਦੀਆਂ ਹਨ, ਸਰੀਰ ਦੀ ਊਰਜਾ ਬਣਦੀ ਹੈ, ਔਰ ਇਹ ਮਾਂਸ ਆਦਿਕ ਬਣਦਾ। ਇਹ ਸਭ ਬਣਨ ਤੋਂ ਬਾਅਦ ਜਦੋਂ ਪੂਰੀ ਊਰਜਾ ਉਹਦੇ ਵਿੱਚੋਂ ਸ਼ਕਤੀ ਨਿਕਲ ਜਾਂਦੀ, ਫਿਰ ਉਹ ਜਿਹੜਾ ਹੈ ਪ੍ਰਸ਼ਾਦਾ ਜਿਹੜਾ ਬਚਿਆ ਹੋਇਆ ਉਹ ਮਲ ਦੁਆਰ ਦੇ ਰਾਹੀਂ ਆਪਾਂ ਉਹਨੂੰ ਵਿਸਰਜਨ ਕਰ ਦਿੰਦੇ ਆ, ਉਹਨੂੰ ਸੱਟ ਦਿੰਦੇ ਆ, ਬਾਹਰ ਉਹਨੂੰ ਕੱਢ ਦਿੰਦੇ ਆ। ਤੇ ਦੇਖੋ ਪਾਚਨ ਦੀ ਕਿੰਨੀ ਵੱਡੀ ਪ੍ਰਕਿਰਿਆ ਹੈ। ਅੱਜ ਦੇ ਡਾਕਟਰ ਦੱਸਦੇ ਹਨ ਜਿਹੜੇ ਸਰੀਰ ਦੇ ਉੱਤੇ ਕੰਮ ਕਰਦੇ, ਉਹ ਕਹਿੰਦੇ ਕਿ ਭਾਈ ਇੱਕ ਬੰਦੇ ਦੇ ਅੰਦਰ, ਇੱਕ ਸਰੀਰ ਦੇ ਅੰਦਰ ਜੋ ਪਾਚਨ ਕਿਰਿਆ ਹੋ ਰਹੀ ਹੈ, ਜੇ ਪਾਚਨ ਕਿਰਿਆ ਇਸ ਤਰ੍ਹਾਂ ਤੁਸੀਂ ਬਾਹਰ ਕਰਨਾ ਚਾਹੋ ਤੇ ਤਕਰੀਬਨ ਤੁਹਾਨੂੰ 5 ਏਕੜ ਜ਼ਮੀਨ ਜਿਹੜੀ ਹੈ, 5 ਕਿੱਲੇ ਜ਼ਮੀਨ ਦੇ ਵਿੱਚ ਮਸ਼ੀਨਰੀ ਲਾਉਣੀ ਪਵੇਗੀ, ਉਹਦੇ ਵਿੱਚ ਪ੍ਰੋਸੈਸਿੰਗ ਕਰਨਾ ਪਵੇਗਾ, ਗੁਜ਼ਾਰਨਾ ਪਵੇਗਾ, ਤਾਂ ਜਾ ਕਰਕੇ ਤੁਹਾਡਾ ਖਾਦਾ ਜਿਹੜਾ ਉਹਦੇ ਵਿੱਚੋਂ ਲਹੂ ਬਣੇਗਾ, ਮਿੱਝ ਬਣੇਗਾ, ਮਾਂਸ, ਹੱਡੀਆਂ ਬਣਨਗੀਆਂ। ਫਿਰ ਬਚਿਆ ਮਾਲ ਜਿਹੜਾ ਹੈ ਉਹ ਫਿਰ ਵਿਸ਼ਟਾ ਦੇ ਰਾਹੀਂ ਬਾਹਰ ਨਿਕਲ ਜਾਵੇਗਾ। 5 ਕਿੱਲੇ ਜ਼ਮੀਨ ਪਿਆਰਿਓ ਕਿੰਨਾ ਵੱਡਾ। ਹੁਣ ਤਖਤ ਸਾਹਿਬ ਜੀ ਦਾ ਇਹ ਪੂਰਾ ਅੰਦਰ ਦਾ ਪਰਿਸਰ ਵੀ ਜਿਹੜਾ ਹੈ ਇਹ ਵੀ ਪਿਆਰਿਓ 5 ਕਿੱਲੇ ਤੋਂ ਘੱਟ ਹੈ। ਤੁਸੀਂ ਅਨੁਮਾਨ ਲਾਓ, ਇੰਨਾ ਵਿਸ਼ਾਲ ਦਾਇਰਾ ਇੱਕ ਬੰਦਾ ਜੇ ਕਰਨਾ ਚਾਹਵੇ, ਲੇਕਿਨ ਨਿੱਕਾ ਜਿਹਾ ਪਿਆਰਿਓ ਸਰੀਰ ਹੁੰਦਾ, ਛੋਟਾ ਜਿਹਾ ਸਰੀਰ ਹੈ। ਉਹ ਸਰੀਰ ਦੇ ਵਿੱਚ ਪ੍ਰਮਾਤਮਾ ਨੇ ਕਿਹੋ ਜਿਹੇ ਯੰਤਰ ਲਾਏ। ਆਪਾਂ ਤਾਂ ਛਕਦੇ ਹਾਂ। ਸਤਿਗੁਰੂ ਜੀ ਕਹਿਣ ਲੱਗੇ ਵਾਹਿਗੁਰੂ ਕੀ ਕਰਦਾ। ਕਈ ਪੁੱਛਦੇ ਨਾ ਪ੍ਰਮਾਤਮਾ ਭਾਈ ਕੀ ਕਰਦਾ, ਤੇ ਮਹਾਰਾਜ ਜਵਾਬ ਦਿੰਦੇ ਤੂੰ ਛਕਣਾ ਤਾਂ ਤੇਰੇ ਹੱਥ ਦੇ ਵਿੱਚ ਹੈ, ਉਹਨੂੰ ਕੌਣ ਪਚਾ ਰਿਹਾ? ਵਾਹਿਗੁਰੂ ਜੀ ਪਚਾ ਰਹੇ ਹਨ। ਭਾਵਤ ਪ੍ਰਾਨ ਆਧਾਰ ਧੁਰੂ। ਫਿਰ ਸਰੀਰ ਦਾ ਜਿਹੜਾ ਆਸਰਾ ਜਿਹੜਾ ਪ੍ਰਾਣਾ ਦੇ ਆਸਰੇ ਦੇ ਉੱਤੇ ਸਰੀਰ ਟਿਕਿਆ ਹੋਇਆ ਹੈ। ਪ੍ਰਾਣ ਦੇ ਵੀ ਦਾਤੇ ਪਿਆਰਿਓ ਰੱਬ ਜੀ ਹੀ ਹਨ, ਵਾਹਿਗੁਰੂ ਜੀ ਹਨ। ਕਿਉਂਕਿ ਪ੍ਰਾਣ ਜੇ ਨਿਕਲ ਜਾਵੇ ਤੇ ਸਰੀਰ ਦਾ ਫਿਰ ਕੀ ਫਾਇਦਾ ਹੈ? ਸਰੀਰ ਤਾਂ ਫਿਰ ਤਾਂ ਮਿਰਤ ਹੋ ਜਾਵੇਗਾ। ਪ੍ਰਾਣਾ ਦਾ ਆਸਰਾ, ਪ੍ਰਾਣਾ ਨੂੰ ਵੀ ਸਰੀਰ ਜਿਹੜਾ ਹੈ ਪਿਆਰਿਓ ਉਹ ਬੇਸ਼ੱਕ ਪ੍ਰਾਣਾ ਦਾ ਆਧਾਰ ਹੈ, ਪ੍ਰਾਣਾ ਦਾ ਆਸਰਾ ਹੈ। ਪ੍ਰਾਣ ਦੇ ਆਸਰੇ ਤੇ ਸਰੀਰ ਟਿਕਿਆ ਹੋਇਆ,
ਲੇਕਿਨ ਪ੍ਰਾਣ ਉਹ ਵਾਹਿਗੁਰੂ ਦੇ ਆਸਰੇ ਦੇ ਉੱਤੇ ਪ੍ਰਾਣ ਟਿਕੇ ਹੋਏ ਹਨ। ਬ੍ਰਿੰਦ ਰਖੀਕ ਅਚੇਤਨ ਜੇ। ਸਤਿਗੁਰੂ ਜੀ ਹੁਣ ਅਗਲੇ ਪੰਕਤੀ ਦੇ ਵਿੱਚ ਦੱਸਦੇ ਕਿ ਸਰੀਰ ਦੀਆਂ ਜੋ ਇੰਦਰੀਆਂ ਹਨ, ਭਾਵ ਕਿ 5 ਗਿਆਨ ਇੰਦਰੀਆਂ, 5 ਜਿਹੜੇ ਕਰਮ ਇੰਦਰੀਆਂ ਹਨ, ਤੇ ਮਨ ਤੇ ਬੁੱਧ, ਇਹ ਬ੍ਰਿੰਦ ਰਖੀਕ ਅਚੇਤਨ ਜੇ, ਭਾਵ ਕਿ ਇਹ ਹੈ ਤਾਂ ਅਚੇਤ ਹਨ, ਇਹਨਾਂ ਦੇ ਵਿੱਚ ਕੋਈ ਸਮਰੱਥਾ ਨਹੀਂ ਹੈ। ਕਿਉਂਕਿ ਜਦੋਂ ਬੰਦਾ ਮਰ ਜਾਵੇ, ਮਰਨ ਤੋਂ ਬਾਅਦ ਕੋਈ ਬੰਦਾ ਇਹਨਾਂ ਅੱਖਾਂ ਦੇ ਨਾਲ ਵੇਖ ਨਹੀਂ ਸਕਦਾ। ਕਦੇ ਵੇਖਿਆ ਕਿ ਬੰਦਾ ਮਰ ਗਿਆ ਫਿਰ ਵੀ ਹੱਥ ਹਿਲਾ ਰਿਹਾ, ਅੱਖਾਂ ਦੇ ਨਾਲ ਵੇਖ ਰਿਹਾ? ਉਹ ਰਸਨਾ ਤਾਂ ਹੁੰਦੀ ਹੈ, ਲੇਕਿਨ ਮਰਨ ਤੋਂ ਬਾਅਦ ਬੰਦਾ ਗੱਲ ਨਹੀਂ ਕਰ ਸਕਦਾ। ਤਿਨ ਕੇ ਵਿਵਹਾਰ ਕਰੇ ਜੇ ਸ਼ੁਰੂ। ਤੇ ਲੇਕਿਨ ਪ੍ਰਮਾਤਮਾ ਵਾਹਿਗੁਰੂ ਜੀ ਕੀ ਕਰਦੇ ਹਨ? ਇਹ ਵੱਖਰੀਆਂ ਵੱਖਰੀਆਂ ਇੰਦਰੀਆਂ ਜਿਹੜੀਆਂ ਹਨ, ਉਹਨਾਂ ਨੂੰ ਵਿਵਹਾਰ ਦੇ ਵਿੱਚ ਲੈ ਕੇ ਆਉਂਦੇ। ਤੇ ਵਿਵਹਾਰ ਪਿਆਰਿਓ ਸਿਰਫ ਅੱਖਾਂ ਵੇਖਦੀਆਂ ਨਹੀਂ ਹੈ। ਜੇ ਸਿਰਫ ਵੇਖਦੀਆਂ ਤੇ ਗੱਲ ਥੋੜੀ ਬਣਨੀ ਸੀ। ਇੱਕ ਇਹੋ ਜਿਹੀ ਚੀਜ਼ ਹੈ, ਪਰਮਾਤਮਾ ਇਹ ਸਾਰਿਆਂ ਨੂੰ ਜੋੜ ਕਰਕੇ ਰੱਖਦਾ। ਕਿਉਂਕਿ ਕੋਈ ਆਪਾਂ ਜਦੋਂ ਧੁਨੀ ਸੁਣਦੇ ਹਾਂ, ਕੰਨਾਂ ਦੇ ਵਿੱਚ ਧੁਨੀ ਪੈਂਦੀ ਹੈ, ਤਾਂ ਫਿਰ ਸਾਡੇ ਕੰਨ ਨੇ ਤਾਂ ਸੁਣ ਲੈ, ਲੇਕਿਨ ਫਿਰ ਉਹ ਧੁਨੀ ਕਿੱਥੋਂ ਆ ਰਹੀ ਹੈ? ਆਪਾਂ ਪਲਟ ਕੇ ਫਿਰ ਅੱਖਾਂ ਦੇ ਨਾਲ ਉਹਨੂੰ ਤੱਕਦੇ ਹਾਂ। ਕੋਈ ਸਾਨੂੰ ਪਿਆਰਿਓ ਮਾਰਨ ਦਾ ਯਤਨ ਕਰੇ ਤੇ ਆਪਾਂ ਵੇਖਦੇ ਹਾਂ ਕਿ ਬੰਦਾ ਮੈਨੂੰ ਮਾਰ ਰਿਹਾ, ਤੇ ਆਪਾਂ ਉਹਨੂੰ ਹੱਥਾਂ ਦੇ ਨਾਲ ਰੋਕਦੇ ਹਾਂ, ਤੇ ਫਿਰ ਪੈਰਾਂ ਦੇ ਨਾਲ ਆਪਾਂ ਭੱਜ ਜਾਂਦੇ ਹਾਂ। ਅੱਖ ਸਾਡੀ ਵੇਖਦੀ ਹੈ ਕਿ ਭਾਈ ਇੱਥੇ ਕੰਡਾ ਪਿਆ ਹੋਇਆ ਹੈ। ਜਦੋਂ ਆਪਾਂ ਚੱਲਦੇ ਹਾਂ ਤੇ ਅੱਖਾਂ ਨੇ ਤਾਂ ਵੇਖਣ ਦਾ ਕੰਮ ਕਰ ਲਿਆ, ਉਹਨੇ ਦੱਸ ਦਿੱਤਾ ਕਿ ਅੱਗੇ ਕੰਡਾ ਪਿਆ ਹੋਇਆ, ਲੇਕਿਨ ਫਿਰ ਅੰਦਰ ਵਾਹਿਗੁਰੂ ਜੀ ਕੁਛ ਮੌਜੂਦ ਹੈ। ਉਹ ਫਿਰ ਕੀ ਕਰਦੇ ਹਨ? ਦੱਸਦੇ ਕਿ ਭਾਈ ਇੱਥੇ ਕੰਡਾ ਹੈ, ਜੇ ਮੈਂ ਇੱਥੇ ਪੈਰ ਰੱਖਾਂਗਾ ਤੇ ਕੰਡਾ ਮੈਨੂੰ ਵੱਜ ਜਾਵੇਗਾ, ਤਕਲੀਫ ਹੋਵੇਗੀ। ਅੱਖਾਂ ਨੇ ਤਾਂ ਵੇਖੀਆਂ, ਵੇਖ ਕਰਕੇ ਉਹਨੇ ਅੱਗੇ ਦੱਸ ਦਿੱਤਾ, ਤੇ ਅੱਗੇ ਫਿਰ ਵਾਹਿਗੁਰੂ ਜੀ ਨੇ ਪੈਰਾਂ ਨੂੰ ਕਹਿ ਦਿੱਤਾ ਕਿ ਭਾਈ ਇੱਥੋਂ ਪਾਸੇ ਹੋ ਜਾ। ਇਹ ਸਾਰੇ ਇੰਦਰੀਆਂ ਜਿਹੜੀਆਂ ਹਨ, ਵੱਖ-ਵੱਖ ਇੰਦਰੀਆਂ, ਵੇਖਿਆ ਜਾਵੇ ਤਾਂ ਪਿਆਰਿਓ ਇਹਨਾਂ ਦਾ ਕੋਈ ਇੱਕ ਦੂਜੇ ਦੇ ਨਾਲ ਤਾਰਤੰਮ ਨਹੀਂ ਹੈ, ਇੱਕ ਦੂਜੇ ਦੇ ਨਾਲ ਕੋਈ ਮਿਲਾਪ ਨਹੀਂ ਹੁੰਦਾ। ਲੇਕਿਨ ਅੰਦਰ ਕੋਈ ਇਹੋ ਜਿਹੀ ਵਸਤੂ ਹੈ, ਉਹਨੂੰ ਹੀ ਤਾਂ ਆਪਾਂ ਵਾਹਿਗੁਰੂ ਪਰਮਾਤਮਾ ਬੋਲਦੇ ਹਾਂ, ਆਤਮਾ ਬੋਲਦੇ ਹਾਂ, ਜੋ ਇਹ ਵੱਖਰੀਆਂ ਵੱਖਰੀਆਂ ਇੰਦਰੀਆਂ ਨੂੰ ਸੁਚੇਤ ਕਰਦੀਆਂ ਤੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਵਿਵਹਾਰ ਬਣਾਉਂਦੀ ਹੈ। ਅੰਤਰ ਜੇ ਮਤ ਆਦਿਕ ਹੈ ਜੜ। ਨਾਲ ਅੰਤਰ ਦੇ ਵਿੱਚ ਮਤ ਹੈ, ਮਨ ਆਦਿਕ, ਉਹ ਤਾਂ ਜੜ ਹੈ। ਤੇ ਚਿਤ ਕੈ ਫੁਰਨਾ ਸੋ ਫੁਰੂ। ਲੇਕਿਨ ਉਹਦੇ ਵਿੱਚ ਵਾਹਿਗੁਰੂ ਜੀ ਦੀ ਚੇਤਨ ਸੱਤਾ ਪ੍ਰਾਪਤ ਕਰਕੇ ਉਹੀ ਮਤ ਜਿਹੜੀ ਹੈ ਚੇਤਨ ਹੋ ਜਾਂਦੀ ਹੈ, ਉਹੀ ਮਨ ਜਿਹੜਾ ਹੈ ਉਹ ਚੇਤਨ ਹੋ ਜਾਂਦਾ। ਜੇ ਵਾਹਿਗੁਰੂ ਦੀ ਸੱਤਾ ਪ੍ਰਾਪਤ ਹੋਵੇ ਤਾਂ ਸਰੀਰ ਵੀ ਪਿਆਰਿਓ ਅਚੇਤ ਹੈ, ਤੇ ਮਨ ਤੇ ਬੁੱਧ ਵੀ ਅਚੇਤ ਹੈ। ਤੇ ਵਾਹਿਗੁਰੂ ਜੀ ਸਰੀਰ ਨੂੰ ਵੀ ਚੇਤਨਤਾ ਦਿੰਦੇ ਤੇ ਮਨ ਬੁੱਧ ਨੂੰ ਵੀ ਚੇਤਨਤਾ ਦਿੰਦੇ। ਜੋ ਅਸਚਰਜ ਮਹਾ ਬਿਸਮਾਵਤ। ਫਿਰ ਅਖੀਰਲੀ ਪੰਕਤੀ ਦੇ ਵਿੱਚ, ਕਿਉਂਕਿ ਇਹ 8 ਸਵਈਆਂ ਦੇ ਵਿੱਚ ਇਹ ਪੰਕਤੀ ਬਾਰ-ਬਾਰ ਰਿਪੀਟ ਕਰਨੀ ਕੀਤੀ ਹੈ। ਤੇ ਦੇਖੋ ਪੂਰਾ ਜਦੋਂ ਆਪਾਂ ਸਵਈਆ ਪੜ੍ਹਦੇ ਹਾਂ, ਬਹੁਤ ਕਮਾਲ ਦੀ ਇਹਦੇ ਵਿੱਚ ਕਵਿਤਾ ਵਰਤਨੀ ਕੀਤੀ ਹੈ। ਉਹੀ ਸ਼ਬਦ ਜਿਹੜੇ ਹਨ, ਜਿਸ ਤਰ੍ਹਾਂ ਧਰੂ, ਫਿਰ ਬਾਅਦ ਦੇ ਵਿੱਚ ਸ਼ੁਰੂ ਆਇਆ, ਫਿਰ ਫਰੂ ਆ ਗਿਆ, ਫਿਰ ਅਖੀਰ ਦੀ ਪੰਕਤੀ ਵਿੱਚ ਆਵੇਗਾ ਵਾਹਿਗੁਰੂ ਕਰਕੇ। ਤੇ ਜਿਹੜਾ ਅਸਚਰਜ ਰੂਪ ਹੈ, ਜੋ ਸਾਰਿਆਂ ਨੂੰ ਵਿਸਮਿਤ ਕਰ ਦਿੰਦਾ ਹੈ, ਭਾਈ ਉਹਨੂੰ ਹੀ ਤੁਸੀਂ ਉਚਾਰਨ ਕਰੋ ਵਾਹਿਗੁਰੂ, ਉਹੀ ਹੈ ਵਾਹਿਗੁਰੂ। ਤਾਂ ਹੀ ਕਹੋ ਮੁਖ ਵਾਹਿਗੁਰੂ। ਉਹਨੂੰ ਹੀ ਪਿਆਰਿਓ ਆਪਣੇ ਰਸਨਾ ਦੇ ਨਾਲ ਉਚਾਰਨ ਕਰਨਾ ਕਰੋ। ਆਪਾਂ ਵੀ ਉਚਾਰਨ ਕਰੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੀਸ ਸਹੰਸ ਅਸੀਸ ਅਨੈਨ ਸਨੈਨ। ਤੇ ਸਤਿਗੁਰੂ ਮਹਾਰਾਜ ਹੁਣ ਅਗਲੇ ਸਵਈਏ ਦੇ ਵਿੱਚ, ਹੁਣ ਇੱਥੇ ਫਿਰ ਰੂਪ ਰੇਖਾ ਬਦਲ ਜਾਵੇਗੀ। ਇਹ ਸਵਈਏ ਦੇ ਵਿੱਚ ਸਰੀਰ ਦੇ ਦ੍ਰਿਸ਼ਟਾਂਤ ਵਰਤੇ, ਤੇ ਆ ਜਿਹੜਾ ਸਵਈਆ ਹੈ ਨਾ, ਜਿਸ ਤਰ੍ਹਾਂ ਆਪਾਂ ਪਿਆਰਿਓ ਆਰਤੀ ਸਾਹਿਬ ਦੇ ਵਿੱਚ ਗਗਨ ਮੈਂ ਥਾਲ ਵਾਲਾ ਸ਼ਬਦ, ਇਹ ਸ਼ਬਦ ਆਪਾਂ ਪੜ੍ਹਦੇ ਹਾਂ। ਇਹ ਸ਼ਬਦ ਦੇ ਵਿੱਚ ਇਹ ਪੰਕਤੀਆਂ ਆਉਂਦੀਆਂ ਕਿ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨ ਏਕ ਤੋਹੀ, ਸਹਿਸ ਪਦ ਬਿਮਲ
ਨਨ ਏਕ ਪਦ ਗੰਧ ਬਿਨ ਸਾਸ ਤਵ ਗੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਇਹ ਜੋ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕੀਤਾ ਕਿਹਾ ਤੇ ਪ੍ਰਮਾਤਮਾ ਜੀਓ ਵਾਹਿਗੁਰੂ ਜੀਓ ਤੇ ਸਾਰੀਆਂ ਅੱਖਾਂ ਦੇ ਵਿੱਚ ਤੁਹਾਡੀ ਹੀ ਜੋਤ ਵਿਰਾਜਮਾਨ ਹੈ, ਲੇਕਿਨ ਤੁਹਾਡੀ ਵਿਸ਼ੇਸ਼ ਕਰਕੇ ਕੋਈ ਅੱਖ ਨਹੀਂ ਹੈ। ਸਾਰੇ ਹੱਥ ਪੈਰ ਤੁਹਾਡੇ ਹਨ, ਜਿੰਨੇ ਵੀ ਜੀਵ ਜੰਤ ਦੇ ਹੱਥ ਲੱਗੇ ਪੈਰ ਲੱਗੇ ਇਹ ਤੁਹਾਡੇ ਹੀ ਹਨ, ਲੇਕਿਨ ਤੁਹਾਡਾ ਵਿਸ਼ੇਸ਼ ਕੋਈ ਹੱਥ ਪੈਰ ਨਹੀਂ ਹੈ। ਸਾਰੇ ਸਰੀਰ ਤੁਹਾਡੇ ਸਾਰੇ ਯੋਨੀਆਂ ਦੇ ਵਿੱਚ, ਪੱਥਰਾਂ ਦੇ ਵਿੱਚ, ਦਰਖਤਾਂ ਦੇ ਵਿੱਚ, ਕੀਟ ਪਤੰਗਿਆਂ ਦੇ ਵਿੱਚ ਵੀ ਤਾਂ ਤੁਸੀਂ ਹੋ, ਲੇਕਿਨ ਤੁਹਾਡਾ ਆਪਣਾ ਕੋਈ ਰੂਪ ਨਹੀਂ ਹੈ। ਹੁਣ ਸਤਿਗੁਰੂ ਮਹਾਰਾਜ ਉਹੀ ਇੱਥੇ ਇਹ ਸ਼ਬਦ ਦੇ ਵਿੱਚ ਦੱਸਦੇ ਹਨ, ਸੀਸ ਸਹੰਸ ਅਸੀਸ, ਕਿ ਸਤਿਗੁਰੂ ਮਹਾਰਾਜ ਜਿੰਨੇ ਵੀ ਸੀਸ ਜਿਹੜੇ ਸੰਸਾਰ ਦੇ ਵਿੱਚ, ਭਾਵੇਂ ਕੋਈ ਕੁੱਤਾ ਬਿੱਲਾ ਸ਼ੇਰ ਆਦਿਕ, ਭਾਵੇਂ ਕੋਈ ਕੀਟ ਪਤੰਗ ਹੋਵੇ, ਸੀਸ ਤਾਂ ਉਹਨਾਂ ਦੇ ਵੀ ਹਨ। ਜਿੰਨੇ ਵੀ ਸੀਸ ਨਜ਼ਰ ਆ ਰਹੇ ਸਤਿਗੁਰੂ ਮਹਾਰਾਜ ਵਾਹਿਗੁਰੂ ਜੀਓ ਇਹ ਤੁਹਾਡੇ ਹੈ, ਲੇਕਿਨ ਤੁਹਾਡਾ ਵੱਖਰਾ ਕੋਈ ਸੀਸ ਨਹੀਂ ਹੈ। ਆਨੈਨ ਸਨੈਨ, ਸਾਰੇ ਨੇਤਰਾਂ ਦੇ ਵਿੱਚ ਤੁਹਾਡੀ ਜੋਤ ਬਿਰਾਜਮਾਨ ਹੈ, ਸਾਰੀਆਂ ਅੱਖਾਂ ਤੁਹਾਡੀਆਂ, ਲੇਕਿਨ ਤੁਹਾਡੀ ਵੱਖਰੀ ਕੋਈ ਅੱਖ ਨਹੀਂ ਹੈ। ਸਹੰਸਰ ਹੀ ਰੂਪ ਧਰੂ, ਤੇ ਆਪ ਜੀ ਨੇ ਸਹੰਸਰ ਰੂਪ ਜਿਹੜੇ ਹਨ ਧਾਰਨ ਕਰਨੇ ਕੀਤੇ, ਤੇ ਅਣਗਿਣਤ ਜਿੰਨੇ ਵੀ ਰੂਪ ਨਜ਼ਰ ਆ ਰਹੇ ਨਾ, ਤੇਰੀ ਮੂਰਤ ਏਕਾ ਬਹੁਤ ਰੂਪ, ਕਿਸ ਧੂਪ ਫੂਲ ਚੜਾ ਵਹੁ ਦੇਵੋਂ ਧੂਪ। ਮਹਾਰਾਜ ਜੀ ਨੇ ਕਿਹਾ ਤੇਰੀ ਮੂਰਤ ਦਾ ਇੱਕ ਹੈ, ਲੇਕਿਨ ਰੂਪ ਤੇਰੇ ਨਿਆਰੇ ਹਨ, ਸਾਰੇ ਰੂਪਾਂ ਦੇ ਵਿੱਚ ਤੂੰ ਹੀ ਵਿਦਿਆਮਾਨ ਹੈ। ਮਹਾਰਾਜ ਜੀ ਇੱਥੇ ਕਹਿੰਦੇ ਕਿ ਵਾਹਿਗੁਰੂ ਜੀ ਦਾ ਕੋਈ ਰੂਪ ਨਹੀਂ ਹੈ, ਲੇਕਿਨ ਸਾਰੇ ਰੂਪਾਂ ਦੇ ਵਿੱਚ ਉਹੀ ਵਿਰਾਜਮਾਨ ਹੈ। ਘਰਾਣ ਸਹੰਸਰ ਅਕਰਾਣ, ਸਤਿਗੁਰੂ ਮਹਾਰਾਜ ਅੱਗੇ ਦੱਸਦੇ ਜਿੰਨੇ ਵੀ ਘਰਾਣ ਜੰਘਾਂ ਆਦਿਕ ਹੈ, ਸਾਰੀਆਂ ਜੰਘਾਂ ਤੁਹਾਡੀਆਂ, ਲੇਕਿਨ ਤੁਹਾਡਾ ਕੋਈ ਵਿਸ਼ੇਸ਼ ਜੰਗ ਪੈਰ ਆਦਿਕ ਨਹੀਂ ਹੈ। ਅਸਰੋਣ ਸਸਰੋਣ ਸਹੰਸਰ ਤੇ ਸ਼੍ਰੋਣ ਕੁਰੂ, ਤੇ ਅਸਰੋਣ ਸਸ਼ਰੋਣ ਭਾਵ ਕਿ ਆਪ ਜੀ ਸਾਰੇ ਸ਼੍ਰੋਣ ਦੇ ਵਿੱਚ, ਸ਼੍ਰੋਣ ਦਾ ਮਤਲਬ ਪਿਆਰਿਓ ਕੰਨ ਵੀ ਹੁੰਦੇ ਹਨ, ਸਾਰੇ ਕੰਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਤੁਹਾਡਾ ਵਾਸਾ ਵਾਹਿਗੁਰੂ ਜੀ, ਸਾਰੇ ਕੰਨਾਂ ਦੇ ਕਰਕੇ ਤੁਸੀਂ ਸੁਣ ਰਹੇ ਹੋ, ਲੇਕਿਨ ਤੁਹਾਡਾ ਕੋਈ ਕੰਨ ਨਹੀਂ ਹੈ। ਇਹਦਾ ਇਹ ਵੀ ਅਰਥ ਆਪਾਂ ਕਰ ਸਕਦੇ ਹਾਂ, ਸਾਰੇ ਸ਼੍ਰੋਣ, ਸ਼੍ਰੋਣ ਦਾ ਮਤਲਬ ਲਹੂ ਵੀ ਹੁੰਦਾ ਹੈ, ਸਾਰੇ ਲਹੂ ਦੇ ਵਿੱਚ ਹੀ ਮਹਾਰਾਜ ਆਪ ਜੀ ਵਸਦੇ ਹੋ। ਉਹ ਭਾਵੇਂ ਖੋਤੇ ਦਾ ਹੋਵੇ, ਗਧੇ ਦਾ ਹੋਵੇ, ਸ਼ੇਰ ਦਾ ਹੋਵੇ, ਬੰਦੇ ਦਾ ਹੋਵੇ, ਸਾਰੇ ਲਹੂ ਦੇ ਵਿੱਚ ਆਪ ਜੀ ਦਾ ਵਾਹ, ਲੇਕਿਨ ਤੁਹਾਡੇ ਅੰਦਰ ਕੋਈ ਲਹੂ ਨਹੀਂ ਹੈ। ਪਾਣ ਸਹੰਸਰ ਅਪਾਨ, ਤੇ ਅੱਗੇ ਦੱਸਦੇ ਹਨ ਪਾਣ ਸਹੰਸਰ ਅਪਾਨ, ਤੇ ਆਪ ਜੀ ਸਤਿਗੁਰੂ ਮਹਾਰਾਜ ਪਾਣ ਤੋਂ ਵੀ, ਪਾਣੀ ਤੋਂ ਵੀ ਰਹਿਤ ਹੋ। ਪਾਣ ਇਹਦਾ ਇਹ ਵੀ ਅਰਥ ਹੈ ਹੱਥਾਂ ਤੋਂ ਵੀ ਰਹਿਤ ਹੋ, ਤੇ ਸਾਰੇ ਹੱਥ ਜਿਹੜੇ ਆਪ ਜੀ ਦੇ ਹੀ ਹਨ। ਅਪਾਦ ਸਪਾਦ ਸਹੰਸਰ, ਤੇ ਅਪਾਦ ਆਪ ਜੀ ਅਪਾਦ ਤੋਂ ਰਹਿਤ ਹੋ, ਆਪ ਜੀ ਦਾ ਕੋਈ ਪਦ ਨਹੀਂ ਹੈ, ਕੋਈ ਪੈਰ ਨਹੀਂ ਹੈ, ਤੇ ਸਾਰੇ ਪੈਰਾਂ ਦੇ ਵਿੱਚ ਮਹਾਰਾਜ ਤੁਹਾਡੀ ਹੀ ਜੋਤ ਜਗਮਗਾ ਰਹੀ ਹੈ। ਅਨਰੂ ਉਰੂ, ਅਨੂਰੂ ਉਰੂ ਭਾਵ ਕਿ ਆਪ ਜੀ ਸਤਿਗੁਰੂ ਮਹਾਰਾਜ ਰੂਪ ਤੋਂ ਨਿਆਰੇ ਹੋ, ਸਾਰੇ ਰੂਪਾਂ ਦੇ ਵਿੱਚ ਰਹਿ ਕਰਕੇ ਵੀ ਸਾਰਿਆਂ ਤੋਂ ਉਰੂ ਹੋ, ਸਾਰਿਆਂ ਤੋਂ ਪਰੇ ਹੋ। ਜੋ ਅਸਚਰਜ ਮਹਾ ਬਿਸਮਾਵਤ, ਫਿਰ ਉਹੀ ਪੰਕਤੀ ਸਤਿਗੁਰੂ ਮਹਾਰਾਜ ਜੀ ਦੁਹਰਾਉਂਦੇ ਹਨ, ਕਹਿੰਦੇ ਹਨ ਜੋ ਅਸਚਰਜ ਰੂਪ ਹੈ, ਕਿਉਂਕਿ ਵਾਹੇ ਨਾਮ ਅਚਰਜ ਕੋ ਹੋਈ। ਮਹਾਰਾਜ ਜੀ ਨੇ ਜੋ ਕਿਹਾ ਨਾ, ਵਾਹਿਗੁਰੂ ਆਪਾਂ ਸ਼ਬਦ ਪੜ੍ਹਦੇ ਆ, ਵਾਹੇ ਜਿਹੜਾ ਸ਼ਬਦ ਪਿਆਰਿਓ, ਜਿਸ ਤਰ੍ਹਾਂ ਦਾਸ ਨੇ ਕੱਲ ਦੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ ਕਿ ਵਾਹੇ ਸ਼ਬਦ ਜਿਹੜਾ ਇਹ ਅਸਚਰਜਤਾ ਦਾ ਹੈ। ਜਦੋਂ ਬੰਦਾ ਅਸਚਰਜਤਾ ਦੇ ਵਿੱਚ ਆ ਜਾਂਦਾ, ਉਨਮਨੀ ਅਵਸਥਾ ਦੇ ਵਿੱਚ ਆ ਜਾਂਦਾ, ਜਦੋਂ ਮਤ ਤੋਂ ਮਨ ਤੋਂ ਪਰੇ ਨਿਕਲ ਜਾਂਦੀ ਹੈ ਅਵਸਥਾ, ਉਹ ਅਵਸਥਾ ਦਾ ਨਾਮ ਹੈ ਅਸਚਰਜ, ਉਹਨੂੰ ਹੀ ਵਾਹ ਬੋਲਦੇ ਹਨ। ਜੋ ਸਾਰਿਆਂ ਤੋਂ ਪਰੇ ਹੈ ਉਹੀ ਪਿਆਰਿਓ ਗੁਰੂ ਹੈ। ਗੁਰੂ ਦਾ ਮਤਲਬ ਉਹੀ ਅਗਿਆਨਤਾ ਨੂੰ ਨਾਸ਼ ਕਰਕੇ ਤੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਉਹੀ ਵਾਹਿਗੁਰੂ ਪਰਮਾਤਮਾ ਹੈ। ਤੇ ਸਤਿਗੁਰੂ ਜੀ ਦੱਸਦੇ ਜੋ ਅਸਚਰਜ,
ਜੋ ਆਸ਼ਚਰਜ ਹੈ ਬਹੁਤ ਜ਼ਿਆਦਾ ਵਿਸਮਿਤ ਕਰਨ ਵਾਲਾ। ਤਾਹਿ ਕਹੋ ਮੁਖ ਵਾਹਿਗੁਰੂ। ਉਹਨੂੰ ਹੀ ਭਾਈ ਤੁਸੀਂ ਵਾਹਿਗੁਰੂ ਉਚਾਰਨ ਕਰਨਾ ਕਰੋ। ਇਹ ਵਾਹਿਗੁਰੂ ਦੇ ਅਰਥ ਹਨ, ਇਹ ਵਾਹਿਗੁਰੂ ਹੈ, ਇਹ ਵਾਹਿਗੁਰੂ ਦੀ ਹੀ ਸੱਤਾ ਹੈ। ਸਾਰੇ ਰੂਪਾਂ ਦੇ ਵਿੱਚ ਰਹਿ ਕਰਕੇ ਅਰੂਪ ਹੈ, ਸਾਰੇ ਨੈਣਾ ਦੇ ਵਿੱਚ ਰਹਿ ਕਰਕੇ ਅਨੈਣ ਹੈ, ਸਾਰੀਆਂ ਰਸਨਾ ਦੇ ਵਿੱਚ ਵਾਸਾ ਹੈ ਤੇ ਉਹਦੀ ਕੋਈ ਰਸਨਾ ਨਹੀਂ ਹੈ। ਇਹਨੂੰ ਹੀ ਤੁਸੀਂ ਉਚਾਰਨ ਕਰਨਾ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਰਾਸਤ ਹੈ ਜਿਸ ਤੇ ਮ੍ਰਿਤ ਦੌਰਤ। ਹੁਣ ਅਗਲੇ ਬੰਦ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੱਸਦੇ ਹਨ ਕਿ ਭਾਈ ਤਰਾਸਤ ਹੈ ਜਿਹ ਤੇ ਮ੍ਰਿਤ ਦੌਰਤ। ਭਾਵ ਕਿ ਆਪਾਂ ਕੀ ਕਰਦੇ ਆਂ, ਕਾਲ ਤੋਂ ਡਰਦੇ ਆਂ, ਭੱਜਦੇ ਆਂ। ਹਰ ਕੋਈ ਬੰਦਾ ਪਿਆਰਿਓ ਭਾਵੇਂ ਜੋ ਮਰਜ਼ੀ ਹੋਵੇ ਉਹਨੂੰ ਮੌਤ ਤੋਂ ਬੜਾ ਡਰ ਲੱਗਦਾ। ਭਾਵੇਂ ਆਪਾਂ ਕਹਿ ਦਿੰਦੇ ਆਂ, ਕਹਿਣ ਵਾਲੇ ਤਾਂ ਬਹੁਤ ਗੱਪਾਂ ਮਾਰਦੇ, ਭਾਈ ਮੈਂ ਕਿਤੋਂ ਵੀ ਨਹੀਂ ਡਰਦਾ, ਮੈਂ ਤਾਂ ਮੌਤ ਤੋਂ ਵੀ ਨਹੀਂ ਡਰਦਾ। ਲੇਕਿਨ ਪਿਆਰਿਓ ਭਾਵੇਂ ਆਪਾਂ ਸੰਸਾਰੀ ਕਿਤੋਂ ਡਰੇ ਜਾਂ ਨਾ ਡਰੇ, ਲੇਕਿਨ ਹਰ ਕਿਸੇ ਨੂੰ ਮੌਤ ਦਾ, ਕਾਲ ਦਾ ਡਰ ਹੁੰਦਾ। ਮੌਤ ਤੋਂ ਆਪਾਂ ਡਰਦੇ ਆਂ। ਆਮ ਆਪਾਂ ਪਸ਼ੂ ਪੰਛੀ ਵੀ ਵੇਖਦੇ ਆਂ, ਉਹਨੂੰ ਵੀ ਪਿਆਰਿਓ ਬੇਸ਼ੱਕ ਕੋਈ ਖਬਰ ਨਹੀਂ ਹੁੰਦੀ ਹੈ, ਲੇਕਿਨ ਮੌਤ ਦਾ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਡਰ ਹੁੰਦਾ। ਕਦੇ ਆਪਨੇ ਵੇਖਿਆ ਹੋਵੇਗਾ ਪੰਛੀ ਬੈਠਿਆ ਹੋਇਆ ਹੈ, ਉਹ ਚੋਗਾ ਚੁਗ ਰਿਹਾ, ਆਪਣੇ ਧਿਆਨ ਦੇ ਵਿੱਚ ਮਸਤ ਹੈ। ਤੁਸੀਂ ਕੀ ਕਰੋ, ਥੱਲੇ ਝੁਕ ਕਰਕੇ ਪੱਥਰ ਚੱਕੋ। ਜਦੋਂ ਪੰਛੀ ਨੇ ਵੇਖ ਲਿਆ ਕਿ ਭਾਈ ਤੁਸਾਂ ਨੇ ਪੱਥਰ ਚੱਕਣਾ ਕੀਤਾ, ਉਸੇ ਵੇਲੇ ਖੰਭ ਲਾ ਕਰਕੇ ਉੱਡ ਜਾਂਦਾ। ਕਿਉਂ? ਕਿਉਂਕਿ ਉਹਨੂੰ ਮੌਤ ਦਾ ਡਰ ਹੈ। ਹਰ ਕਿਸੇ ਜਾਨਵਰ ਨੂੰ, ਹਰ ਕਿਸੇ ਪਸ਼ੂ ਪੰਛੀ ਨੂੰ ਮੌਤ ਦਾ ਡਰ ਹੈ। ਲੇਕਿਨ ਮੌਤ ਜਿਹੜੀ ਹੈ, ਮੌਤ ਵਾਹਿਗੁਰੂ ਤੋਂ ਡਰਦੀ ਹੈ, ਜੇ ਤੋਂ ਮੌਤ ਵੀ ਭੱਜਦੀ ਹੈ। ਕਿਉਂਕਿ ਔਰ ਸੋ ਕਾਲ ਸਭੈ ਬਸ ਕਾਲ ਕੈ, ਏਕ ਹੀ ਕਾਲ ਅਕਾਲ ਸਦਾ ਹੈ। ਕਾਲ ਤੋਂ ਰਹਿਤ ਅਕਾਲ ਹੈ, ਤੇ ਜਿੱਥੇ ਮੌਤ ਵੀ ਜਿਸ ਨੂੰ ਵੇਖ ਕਰਕੇ ਡਰਦੀ ਹੈ, ਭੱਜ ਜਾਂਦੀ ਹੈ। ਲੋਰਤ ਜੀਵਨ ਅੰਤ ਗੁਰੂ। ਤੇ ਉਹ ਵੀ ਲੋੜਦੀ ਹੈ ਕਿ ਸਤਿਗੁਰੂ ਮਹਾਰਾਜ ਵਾਹਿਗੁਰੂ ਜੀ ਮੈਨੂੰ ਬਖਸ਼ ਲਿਆ ਜੇ। ਹਰ ਸੰਸਾਰ ਦਾ ਹਰ ਵਿਅਕਤੀ ਜਾਨਵਰ ਮੌਤ ਤੋਂ ਡਰਦਾ, ਭੱਜਦਾ, ਲੇਕਿਨ ਵਾਹਿਗੁਰੂ ਜੀ ਤੋਂ ਮੌਤ ਡਰਦੀ ਹੈ, ਮੌਤ ਵੀ ਭੱਜ ਜਾਂਦੀ ਹੈ। ਤਰਾਸ ਧਰਾ ਧਰ ਕੋ ਤ੍ਰਿਤ ਧਾਰਤ। ਹੁਣ ਪੂਰੇ ਬ੍ਰਹਿਮੰਡ ਦੇ ਰੂਪ ਦੇ ਵਿੱਚ ਵਾਹਿਗੁਰੂ ਸ਼ਬਦ ਦੇ ਅਰਥ ਕਰਦੇ ਹਨ। ਤੇ ਧਰਤੀ ਜਿਹੜੀ ਹੈ ਪਿਆਰਿਓ ਆਪਾਂ ਵੇਖਦੇ ਹਾਂ, ਧਰਤੀ ਦੇ ਉੱਤੇ ਬਹੁਤ ਸਾਰੇ ਪਰਬਤ ਹਨ, ਬਹੁਤ ਸਾਰੇ ਸਮੁੰਦਰ ਹਨ, ਕਿੰਨੀ ਜ਼ਿਆਦੀ ਵਨਸਪਤੀ ਹੈ। ਤੇ ਧਰਤੀ ਜਿਹੜੀ ਆ ਆਪਾਂ ਨੂੰ ਲੱਗਦਾ ਕਿੰਨੀ ਜ਼ਿਆਦਾ ਇਹ ਭਾਰ ਦੇ ਸੰਯੁਕਤ ਹੋ ਜਾਂਦੀ ਹੈ। ਧਰਤੀ ਜਿਹੜਾ ਇਹਨਾਂ ਦਾ ਜਿਹੜਾ ਹੈ ਬੋਝ, ਇਹਨਾਂ ਦਾ ਭਾਰ ਝੱਲ ਲੈਂਦੀ ਹੈ। ਲੇਕਿਨ ਧਰਤੀ ਦਾ ਭਾਰ ਕੌਣ ਝੱਲਦਾ? ਧਰਤੀ ਕਿਹਦੇ ਆਸਰੇ ਤੇ ਟਿਕੀ ਹੋਈ ਹੈ? ਧਰਤੀ ਦੇ ਆਸਰੇ ਦੇ ਦਰਖਤ ਟਿਕੇ ਹੋਏ, ਸਮੁੰਦਰ, ਪਹਾੜ, ਪਰਬਤ, ਬਿਲਡਿੰਗਾਂ ਆਦਿਕ ਟਿਕੀਆਂ ਹੋਈਆਂ। ਲੇਕਿਨ ਧਰਤੀ, ਸਤਿਗੁਰੂ ਜੀ ਕਹਿਣ ਲੱਗੇ, ਜਿਹੜਾ ਧਰਤੀ ਨੂੰ ਵੀ ਆਸਰਾ ਦੇ ਰਿਹਾ ਹੈ ਉਹ ਹੈ ਭਾਈ ਵਾਹਿਗੁਰੂ। ਤਰਾਸਤ ਪੌਣ ਤ੍ਰਿਲੋਕ ਤੁਰੂ। ਤੇ ਪੌਣ ਜਿਹੜਾ ਹੈ ਤ੍ਰਿਲੋਕ ਦੇ ਵਿੱਚ ਪੌਣ ਵਗਦਾ, ਤੇ ਪੌਣ ਵੀ ਉਹ ਤੋਂ ਭੈਭੀਤ ਰਹਿੰਦਾ। ਪੌਣ ਵੀ ਰੱਬ ਦੇ ਡਰ ਦੇ ਵਿੱਚ ਹੈ, ਰੱਬ ਦੇ ਜਿਹੜੇ ਹਨ ਭੈ ਦੇ ਵਿੱਚ ਰਹਿ ਕਰਕੇ ਕੰਮ ਕਰਦਾ ਹੈ ਪੌਣ। ਤਰਾਸ ਧਰੇ ਨਭ ਸੂਰਜ ਗੌਨ। ਤੇ ਉਸ ਪ੍ਰਮਾਤਮਾ ਵਾਹਿਗੁਰੂ ਦੇ ਤਰਾਸ ਨੂੰ ਨਭ ਨੇ ਧਾਰਨ ਕਰਨਾ ਕੀਤਾ। ਆਕਾਸ਼ ਜਿਹੜਾ, ਆਕਾਸ਼ ਵੀ ਉਹਦੇ ਭੈ ਦੇ ਵਿੱਚ ਹੈ। ਡਰ ਪੈ ਨਖਯਤਰ ਔਰ ਸੇ ਗਗਨਾ, ਭਾਵ ਕਿ ਨਖਯਤਰ ਵੀ ਜਿਹੜੇ ਤਾਰੇ ਆਦਿਕ, ਨਭ ਆਦਿਕ, ਸੂਰਜ ਆਦਿਕ, ਇਹ ਸਭ ਰੱਬ ਦੇ ਭੈ ਦੇ ਵਿੱਚ ਹਨ। ਪ੍ਰਕਾਸ਼ਤ ਪਾਵਕ ਤਰਾਸ ਪੁਰੂ। ਸਾਰਿਆਂ ਨੂੰ ਸਾੜਨ ਵਾਲਾ ਜਿਹੜਾ ਪ੍ਰਕਾਸ਼ ਰੂਪ ਕੀ ਹੈ? ਪਾਵਕ ਹੈ, ਅੱਗ ਹੈ। ਕਹਿੰਦੇ ਨਾ ਅੱਗ ਤੋਂ ਪਿਆਰਿਓ ਸਾਰੇ ਡਰਦੇ ਹਨ, ਲੇਕਿਨ ਅੱਗ ਵੀ ਪ੍ਰਮਾਤਮਾ ਦੇ ਭੈ ਦੇ ਵਿੱਚ ਹੈ। ਭੈ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਆਸਾ ਦੀ ਵਾਰ ਦੇ ਵਿੱਚ ਇਹ ਬਚਨ ਕਰਨਾ ਕੀਤਾ। ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੈ ਆਕਾਸ਼, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰਾ। ਭਾਵ ਕਿ ਸਤਿਗੁਰੂ ਮਹਾਰਾਜ ਜੀ ਨੇ ਇਹ ਗੱਲ ਹੀ ਮੁਕਾ ਦਿੱਤੀ, ਕਹਿ ਦਿੱਤਾ
ਕਿ ਜਿਹਦੇ ਭੈ ਦੇ ਵਿੱਚ ਸੂਰਜ ਵੀ ਹੈ, ਚੰਦਰਮਾ, ਆਕਾਸ਼, ਧਰਤੀ ਵੀ ਉਹਦੇ ਭੈ ਨੂੰ ਮੰਨਦੀ ਹੈ, ਅੱਗ ਵੀ ਜਿਹਦੇ ਭੈ ਦੇ ਵਿੱਚ ਹੈ, ਉਹ ਹੈ ਭਾਈ ਵਾਹਿਗੁਰੂ। ਜੋ ਅਸਚਰਜ ਮਹਾ ਬਿਸਮਾਵਤ, ਜੋ ਅਸਚਰਜ ਦੇ ਰੂਪ ਦੇ ਵਿੱਚ ਹੈ, ਜੋ ਬਹੁਤ ਜ਼ਿਆਦਾ ਵਿਸਮਿਤ ਕਰ ਦਿੰਦਾ ਹੈ ਬੰਦੇ ਨੂੰ। ਤਾਹਿ ਕਹੋ ਮੁਖ ਵਾਹਿਗੁਰੂ, ਉਹਨੂੰ ਭਾਈ ਤੁਸੀਂ ਉਚਾਰਨ ਕਰਨਾ ਕਰੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਉਹਨੂੰ ਕਹੀਦਾ ਹੈ ਜਿਹਦੇ ਭੈ ਦੇ ਵਿੱਚ ਸਭ ਚੱਲ ਰਿਹਾ ਹੈ, ਆਕਾਸ਼, ਧਰਤੀ ਤੇ ਇਹ ਪੌਣ ਪਾਣੀ, ਇਹ ਸਭ ਜਿਹੜੇ ਉਹਦੇ ਭੈ ਦੇ ਵਿੱਚ ਹੈ, ਉਹਨੂੰ ਆਪਾਂ ਵਾਹਿਗੁਰੂ ਕਹਿੰਦੇ ਹਾਂ। ਜੋ ਸਗਰੇ ਜਗ ਕੋ ਡਰਦਾਇਕ, ਹੁਣ ਅੱਗੇ ਸਤਿਗੁਰੂ ਮਹਾਰਾਜ ਜੀ ਦੱਸਦੇ ਹਨ ਜੋ ਸਾਰੇ ਜਗਤ ਨੂੰ ਡਰਦਾਇਕ ਭੈ ਦਿੰਦਾ ਹੈ, ਸਾਰੇ ਜਿਹਦੇ ਭੈ ਦੇ ਵਿੱਚ ਚੱਲਦੇ। ਕਰੂਰ ਮਹਾ ਅਤ ਓਜ ਧੁਰੂ, ਬਹੁਤ ਜ਼ਿਆਦਾ ਉਹ ਕਰੂਰ ਹੈ ਤੇ ਬਹੁਤ ਉਹਦੇ ਅੰਦਰ ਸ਼ਕਤੀ ਹੈ, ਤਾਕਤ ਹੈ। ਰੱਬ ਤੋਂ ਜ਼ਿਆਦੀ ਸ਼ਕਤੀ ਤਾਂ ਕਿਹਦੇ ਕੋਲ ਵੀ ਨਹੀਂ ਹੈ ਪਿਆਰਿਓ। ਸਾਰਿਆਂ ਦੀ ਸ਼ਕਤੀ ਜਿਹੜੀ ਹੈ ਕਦੇ ਨਾ ਕਦੇ ਖਤਮ ਹੋ ਜਾਂਦੀ ਹੈ, ਲੇਕਿਨ ਉਹਦਾ ਓਜ ਜਿਹੜਾ ਸਦਾ ਬਰਕਰਾਰ ਰਹਿੰਦਾ। ਜੋ ਸਭ ਕੋ ਉਪਜਾਵਤ ਹੈ, ਦੇਖੋ ਉਹ ਪ੍ਰਮਾਤਮਾ ਦੀ ਸ਼ਕਤੀ ਦੇ ਬਾਬਤ ਦੱਸਦੇ ਹਨ ਤੇ ਉਹਦੀ ਪ੍ਰਮਾਤਮਾ ਦੀ ਸ਼ਕਤੀ ਕਰਕੇ ਸੰਸਾਰ ਦੀ ਉਪਜ ਹੋ ਰਹੀ ਹੈ, ਪੈਦਾਵਾਰ ਹੋ ਰਹੀ ਹੈ। ਪਰ ਭਾਰਤ ਫੇਰ ਵਿਨਾਸ਼ ਕਰੂ, ਤੇ ਫਿਰ ਉਹੀ ਪ੍ਰਤਪਾਲਨਾ ਕਰਦਾ ਹੈ, ਭਾਵ ਕਿ ਪੈਦਾ ਕਰਨ ਵਾਲਾ ਵੀ ਵਾਹਿਗੁਰੂ ਹੈ, ਪ੍ਰਤਪਾਲ ਕਰਨ ਵਾਲਾ ਵੀ ਵਾਹਿਗੁਰੂ ਹੈ, ਤੇ ਅੰਤਹਿ ਕਾਲ ਕਰਤ ਤਹਿ ਨਾਸਾ, ਅੰਤ ਨੂੰ ਫਿਰ ਉਹੀ ਵਾਹਿਗੁਰੂ ਦੀ ਸ਼ਕਤੀ ਜਿਹੜੀ ਹੈ ਨਾਸ ਕਰ ਦਿੰਦੀ ਹੈ। ਆਪਾਂ ਵੇਖਦੇ ਹਾਂ ਸੰਸਾਰ ਦੇ ਵਿੱਚ ਪੈਦਾ ਕਰਨ ਵਾਲੇ ਕੋਈ ਔਰ ਹੁੰਦੇ, ਪਾਲਣ ਵਾਲੇ ਕੋਈ ਔਰ ਹੁੰਦੇ, ਮਾਰਨ ਵਾਲੇ ਕੋਈ ਔਰ ਹੁੰਦੇ, ਲੇਕਿਨ ਰੱਬ ਦੀ ਦਾਤ ਦੇਖੋ। ਤੇ ਜਿਸ ਤਰ੍ਹਾਂ ਕਿ ਕਿਰਸਾਨ ਹੁੰਦਾ ਨਾ, ਕਿਰਸਾਨ ਕੀ ਕਰਦਾ, ਖੇਤੀ ਦੀ ਪੈਦਾਵਾਰ ਵੀ ਉਹ ਆਪ ਕਰਦਾ, ਆਪ ਪਿਆਰਿਓ ਉਹ ਬੀਜ ਬੋਂਦਾ ਹੈ, ਆਪ ਫਸਲ ਨੂੰ ਉਗਾਉਂਦਾ, ਆਪ ਖੇਤੀ ਦੀ ਰਾਖੀ ਕਰਦਾ ਹੈ, ਤੇ ਜਦੋਂ ਖੇਤੀ ਪੱਕ ਜਾਵੇ, ਪੱਕੀ ਹੋਈ ਖੇਤੀ ਨੂੰ ਆਪ ਉਹ ਵੱਢ ਦਿੰਦਾ ਹੈ, ਆਪ ਉਹਨੂੰ ਕੱਟ ਕਰਕੇ ਉਹਨੂੰ ਵੇਚ ਕੇ ਆਉਂਦਾ ਹੈ। ਇਸ ਤਰ੍ਹਾਂ ਹੀ ਪ੍ਰਮਾਤਮਾ ਵੀ ਪੈਦਾ ਵੀ ਕਰਨ ਵਾਲਾ ਉਹੀ ਹੈ। ਇੱਥੇ ਮਹਾਰਾਜ ਜੀ ਨੇ ਇਹ ਗੱਲ ਮਤ ਦਿੱਤੀ ਹੈ, ਮਤਾ ਕਿਤੇ ਇਹ ਨਾ ਸਮਝਣਾ ਕਰੋ ਕਿ ਭਾਈ ਪੈਦਾ ਕਰਨ ਵਾਲਾ ਵੱਖਰਾ। ਜਿਸ ਤਰ੍ਹਾਂ ਹਿੰਦੂ ਮਤ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਇਹ ਤਿੰਨ ਦੇਵਤਿਆਂ ਨੂੰ ਉਹ ਮੰਨਦੇ ਹਨ, ਕਹਿੰਦੇ ਕਿ ਪੈਦਾ ਕਰਨ ਵਾਲਾ ਬ੍ਰਹਮਾ ਹੈ, ਪਾਲਣ ਵਾਲਾ ਵਿਸ਼ਨੂੰ ਹੈ, ਨਾਸ਼ ਕਰਨ ਵਾਲਾ ਸ਼ਿਵ ਜੀ ਹੈ, ਭਾਵ ਕਿ ਇਹ ਵੱਖਰੇ ਵੱਖਰੇ ਹਨ ਉਹਨਾਂ ਦੀ ਮਤ ਅਨੁਸਾਰ। ਲੇਕਿਨ ਸਤਿਗੁਰੂ ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਪੈਦਾ ਕਰਨ ਵਾਲਾ ਵੀ ਰੱਬ ਹੈ, ਪਾਲਣ ਵਾਲਾ ਵੀ ਉਹੀ ਹੈ ਤੇ ਮਾਰਨ ਵਾਲਾ ਵੀ ਉਹੀ ਹੈ। ਜੋ ਅਸ ਕਾਲ ਮਹਾ ਵਿਦਤ ਹੈ, ਜੋ ਇਹੋ ਜਿਹਾ ਕਾਲ ਜਿਹੜਾ ਹੈ ਸਾਰੇ ਸੰਸਾਰ ਦੇ ਵਿੱਚ ਵਿਦਤ ਹੈ, ਪ੍ਰਗਟ ਹੈ। ਤਿਸ ਕਾਲ ਕੋ ਕਾਲ ਕਰੈ ਜੋ ਤੁਰੂ, ਜੋ ਕਾਲ ਦਾ ਵੀ ਕਾਲ ਹੈ, ਕਾਲ ਦਾ ਵੀ ਜੋ ਖਾਤਮਾ ਕਰ ਦਿੰਦਾ, ਕਾਲ ਨੂੰ ਵੀ ਖਤਮ ਕਰ ਦਿੰਦਾ ਹੈ। ਕਾਲਨ ਕੋ ਕਾਲ ਮਹਾਕਾਲ ਹੂੰ ਕੋ ਮਹਾਕਾਲ, ਉਹ ਤਾਂ ਕਾਲਾਂ ਦਾ ਕਾਲ, ਮਹਾਕਾਲ ਦਾ ਉਹ ਮਹਾਕਾਲ ਹੈ। ਜੋ ਅਸਚਰਜ ਮਹਾ ਬਿਸਮਾਵਤ, ਫਿਰ ਸਤਿਗੁਰੂ ਜੀ ਦੱਸਦੇ ਹਨ ਜੋ ਅਸਚਰਜ ਰੂਪ ਦੇ ਵਿੱਚ ਹੈ, ਜੋ ਸਾਰਿਆਂ ਨੂੰ ਵਿਸਮਿਤ ਕਰ ਦਿੰਦਾ ਭਾਈ। ਤਾਹਿ ਕਹੋ ਮੁਖ ਵਾਹਿਗੁਰੂ, ਉਹਨੂੰ ਹੀ ਪਿਆਰਿਓ ਆਪਣੇ ਮੁਖ ਤੋਂ ਉਚਾਰਨ ਕਰਨਾ ਕਰੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਜੋ ਸਾਰਿਆਂ ਦੀ ਲੈਤਾ ਕਰਦਾ, ਸਾਰਿਆਂ ਨੂੰ ਮਾਰਨ ਵਾਲਾ, ਸਰਵ ਸ਼ਕਤੀਮਾਨ ਜਿਹੜਾ ਹੈ, ਉਹਨੂੰ ਹੀ ਤਾਂ ਵਾਹਿਗੁਰੂ ਬੋਲਦੇ ਹਨ। ਇਹ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਇਸ ਤਰ੍ਹਾਂ ਅਰਥ ਕੀਤਾ। ਹੁਣ ਅਗਲੇ ਸ਼ਬਦ ਦੇ ਵਿੱਚ ਜੋ ਅਰਥ ਕਰਦੇ ਉਹਨੂੰ ਆਪਾਂ ਸਰਵਣ ਕਰੀਏ। ਵੇਦ ਅਬੇਦ ਨਿਰੰਤਰ ਅੰਤਰ, ਸਤਿਗੁਰੂ ਮਹਾਰਾਜ ਜੀ ਦੱਸਦੇ ਹਨ ਵੇਦ ਅਬੇਦ, ਤੇ ਜਿਹੜੇ ਜਾਣਨ ਤੋਂ, ਵੇਦ ਦਾ ਮਤਲਬ ਕਿ ਜਾਣਨਾ, ਤੇ ਜਿਹੜਾ ਜਾਣਨ ਤੋਂ ਵੀ ਪਰੇ ਹੈ ਅਬੇਦ, ਭਾਵ ਕਿ ਜਿਹਨੂੰ ਕੋਈ ਜਾਣ ਨਹੀਂ ਸਕਦਾ, ਜਾਂ ਜਿਹੜੇ ਵੇਦਾਂ ਦੇ ਵਿੱਚ ਵੀ ਨਹੀਂ ਆਇਆ ਹੋਇਆ ਹੈ, ਜਿਹੜਾ ਅਣਜਾਣ ਹੈ, ਜਿਹਨੂੰ ਕੋਈ ਜਾਣ ਨਹੀਂ ਸਕਦਾ, ਤੇ ਨਿਰੰਤਰ ਸਦਾ ਉਹਦਾ ਨਿਰੰਤਰ ਜਿਹੜਾ ਹੈ ਨਾਦ ਚੱਲ ਰਿਹਾ, ਅਹਿਰਨਿਸ ਨਾਦ ਉਹਦਾ ਚੱਲ ਰਿਹਾ, ਇੱਕ ਰਸ ਉਹ ਨਿਰੰਤਰ ਹੈ। ਤੇ ਸਾਰਿਆਂ ਦੇ ਘਟ ਘਟ ਮੈਂ
ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਸਾਰਿਆਂ ਦੇ ਅੰਤਰ ਉਹਦਾ ਵਾਸਾ ਹੈ। ਅੰਤਰੇਸੂ ਅਚਰਾਨ ਚਰੂ, ਜੋ ਸਾਰਿਆਂ ਦੇ ਅੰਤਰ ਦੇ ਵੀ ਅੰਤਰ ਜਿਹੜਾ ਵਸਿਆ ਹੋਇਆ ਹੈ, ਤੇ ਭੀਤਰ ਤੋਂ ਵੀ ਭੀਤਰ ਜਿਹੜਾ ਵਸਿਆ ਹੋਇਆ ਹੈ। ਅਚਰਾਨ ਜੋ ਅਚਲ ਹੈ। ਬਿੰਬ ਸੋ ਏਕ ਅਨੇਕ, ਸਤਿਗੁਰੂ ਮਹਾਰਾਜ ਜੀ ਦੱਸਦੇ ਹਨ ਬਿੰਬ ਸੋ ਏਕ ਅਨੇਕ। ਜਿਸ ਤਰ੍ਹਾਂ ਇੱਕ ਚੀਜ਼ ਦੇ ਕਈ ਪ੍ਰਤੀਬਿੰਬ ਬਣ ਜਾਂਦੇ ਹਨ, ਜਿਸ ਤਰ੍ਹਾਂ ਕਿ ਆਪਾਂ ਵੇਖਦੇ ਹਾਂ ਜਦੋਂ ਸੂਰਜ ਚੜ ਜਾਵੇ, ਚੰਦਰਮਾ ਚੜ ਜਾਵੇ ਆਕਾਸ਼ ਦੇ ਵਿੱਚ, ਭਾਵੇਂ ਤੁਸੀਂ 100 ਘੜੇ ਭਰ ਕੇ ਰੱਖ ਦਿਓ, ਹਰ ਘੜੇ ਦੇ ਵਿੱਚ ਦੇਖੋ ਤੁਹਾਨੂੰ ਸੂਰਜ ਦਾ ਅਕਸ ਨਜ਼ਰ ਆਵੇਗਾ। ਹੈ ਤਾਂ ਜਿਹੜਾ ਸੂਰਜ ਉਹ ਇੱਕ ਹੈ, ਲੇਕਿਨ ਉਹਦੇ ਬਿੰਬ ਜਿਹੜੇ ਹਨ ਕਈ ਬਣ ਜਾਂਦੇ ਹਨ। ਜਿਸ ਤਰ੍ਹਾਂ ਕਿ ਕਈ ਜਿਹੜੇ ਪਿਆਰਿਓ ਅੱਜ ਵੀ ਕਈ ਥਾਵਾਂ ਤੇ ਸ਼ੀਸ਼ ਮਹਿਲ ਹੁੰਦੇ ਹਨ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਸ਼ੀਸ਼ੇ ਲਾਏ ਜਾਂਦੇ। ਇਹੋ ਜਿਹਾ ਕਮਰਾ ਹੁੰਦਾ ਜਿਹਦੇ ਵਿੱਚ ਅਣਗਿਣਤ ਸ਼ੀਸ਼ੇ ਲਾਏ ਜਾਂਦੇ ਹਨ, ਤੇ ਬੰਦਾ ਤਾਂ ਇੱਕ ਹੁੰਦਾ। ਉਹ ਸ਼ੀਸ਼ਿਆਂ ਦੇ ਕਮਰੇ ਦੇ ਵਿੱਚ ਜ਼ਿਆਦਾ ਕਰਕੇ ਉਹਨੂੰ ਸ਼ੀਸ਼ ਮਹਿਲ ਕਿਹਾ ਜਾਂਦਾ, ਤੇ ਉਹ ਸ਼ੀਸ਼ ਮਹਿਲ ਦੇ ਵਿੱਚ ਜਾ ਕਰਕੇ ਬੰਦਾ ਖੜ ਜਾਵੇ। ਬੰਦਾ ਤਾਂ ਪਿਆਰਿਓ ਇੱਕ ਹੈ, ਤੇ ਭਾਵੇਂ ਉੱਥੇ 1000 ਲਾ ਦਿਓ, ਭਾਵੇਂ ਲੱਖ ਉੱਥੇ ਸ਼ੀਸ਼ੇ ਲਾ ਦਿਓ, ਹਰ ਸ਼ੀਸ਼ੇ ਦੇ ਵਿੱਚ ਉਹਦਾ ਪ੍ਰਤੀਬਿੰਬ ਤੁਹਾਨੂੰ ਭਾਸੇਗਾ, ਉਹਦੀ ਤਸਵੀਰ ਤੁਹਾਨੂੰ ਨਜ਼ਰ ਆਵੇਗੀ। ਹੈ ਤਾਂ ਉਹ ਇੱਕ, ਲੇਕਿਨ ਉਹਦੇ ਕਈ ਸਾਰੇ ਪ੍ਰਤੀਬਿੰਬ ਬਣ ਗਏ। ਇਸ ਤਰ੍ਹਾਂ ਹੀ ਜਿਹੜਾ ਪ੍ਰਮਾਤਮਾ ਜਿਹੜਾ ਹੈ ਤਾਂ ਉਹ ਇੱਕ ਹੈ, ਲੇਕਿਨ ਅਨੇਕਾਨ ਅਨੇਕ ਪ੍ਰਤੀਬਿੰਬਾਂ ਦੇ ਵਿੱਚ, ਅਨੇਕਾਨ ਅਨੇਕ ਰੂਪਾਂ ਦੇ ਵਿੱਚ ਉਹਦੀ ਜੋਤ ਜਗ ਰਹੀ ਹੈ। ਅਬਿੰਬ ਅਲੰਬ ਬਿਨਾਸੂ ਅਲੰਬ ਕੁਰੂ, ਤੇ ਅਬਿੰਬ ਬਿੰਬ ਦੇ ਵਿੱਚ ਰਹਿ ਕਰਕੇ ਵੀ ਉਹ ਅਬਿੰਬ ਹੈ, ਉਹਦਾ ਕੋਈ ਅਕਸ ਨਹੀਂ ਬਣਦਾ ਹੈ। ਤੇ ਅਲੰਬ ਬਿਨਾਸੋ ਅਲੰਬ ਕਰੂ, ਸਾਰਿਆਂ ਨੂੰ ਉਤੇ ਰੱਬ ਦਾ ਆਸਰਾ ਹੈ। ਆਪਾਂ ਕਹਿੰਦੇ ਹਾਂ ਜਿਸ ਤਰ੍ਹਾਂ ਕਿ ਹਿੰਦੂ ਮਤ ਅਨੁਸਾਰ ਉਹ ਕਹਿੰਦੇ ਸਨ, ਸਤਿਗੁਰੂ ਮਹਾਰਾਜ ਜੀ ਦੇ ਨਾਲ ਜਦੋਂ ਚਰਚਾ ਹੋਈ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ, ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ, ਧਰਤੀ ਹੋਰ ਪਰੈ ਹੋਰ ਹੋਰ ਤਿਸਤੈ ਭਾਰਤ ਲੈ ਕੌਣ ਜੋਰ। ਤੇ ਹਿੰਦੂ ਮਤ ਅਨੁਸਾਰ ਉਹਨਾਂ ਨੇ ਕਿਹਾ ਸੀ, ਮਹਾਰਾਜ ਜੀ ਨੂੰ ਪੁੱਛਿਆ ਕਿ ਸਤਿਗੁਰੂ ਮਹਾਰਾਜ ਸਾਡੇ ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਧਰਤੀ ਜਿਹੜੀ ਹੈ ਧੌਲੇ ਬਲਦ ਦੇ ਸਿੰਘਾਂ ਦੇ ਵਿਚਕਾਰ ਫਸੀ ਹੋਈ ਹੈ। ਧੌਲਾ ਬਲਦ ਜਿਹੜਾ ਹੈ ਉਹਨੇ ਧਰਤੀ ਨੂੰ ਧਾਰਨ ਕਰਨਾ ਕੀਤਾ। ਸਤਿਗੁਰੂ ਜੀ ਕਹਿਣ ਲੱਗੇ, ਠੀਕ ਹੈ ਭਾਈ, ਜੇ ਤੁਹਾਡੀ ਆਪਾਂ ਗੱਲ ਮੰਨ ਲੈਂਦੇ ਹਾਂ ਕਿ ਧਰਤੀ ਦੇ ਹੇਠ ਕੋਈ ਧੌਲਾ ਬਲਦ ਹੈ, ਕੋਈ ਕਹਿੰਦਾ ਜੀ ਕਸ਼ੂ ਕੁੰਮੇ ਦੇ ਉੱਤੇ, ਕੋਈ ਕਹਿੰਦਾ ਜੀ ਸ਼ੇਸ਼ਨਾਗ ਦੇ ਉਹਦੇ ਸਿਰ ਦੇ ਉੱਤੇ ਧਰਤੀ ਟਿਕੀ ਹੋਈ ਹੈ। ਤੇ ਮਹਾਰਾਜ ਜੀ ਕਹਿੰਦੇ ਜੀ ਚਲੋ ਤੁਹਾਡੀ ਗੱਲ ਆਪਾਂ ਮੰਨ ਲੈਂਦੇ ਆ, ਤੇ ਦੱਸੋ ਫਿਰ ਉਹ ਧੌਲਾ ਬਲਦ ਕਿਹਦੇ ਆਸਰੇ ਤੇ ਟਿਕਿਆ? ਉਹ ਕਹਿੰਦੇ ਜੀ ਉਹਦੇ ਹੇਠ ਦੂਜੀ ਧਰਤੀ ਹੈ। ਫਿਰ ਪਿਆਰਿਓ ਇੱਥੋਂ ਫਿਰ ਪ੍ਰਸ਼ਨ ਚਾਲੂ ਹੋ ਜਾਂਦੇ। ਫਿਰ ਮਹਾਰਾਜ ਜੀ ਨੇ ਕਿਹਾ ਕਿ ਉਹ ਧਰਤੀ ਦੇ ਹੇਠ ਕੌਣ ਹੈ? ਉਹਨਾਂ ਨੇ ਕਿਹਾ, ਪੰਡਤ ਨੇ ਕਿਹਾ, ਮਹਾਰਾਜ ਉਹਦੇ ਹੇਠ ਇੱਕ ਔਰ ਧੌਲਾ ਬਲਦ ਆ। ਤੇ ਮਹਾਰਾਜ ਜੀ ਨੇ ਕਿਹਾ ਜੇ ਇਸ ਤਰ੍ਹਾਂ ਲੱਖਾਂ ਧਰਤੀਆਂ ਤੇ ਲੱਖਾਂ ਧੌਲ ਬਲਦ ਹਨ, ਤੇ ਉਹਦੇ ਅਖੀਰ ਦੇ ਵਿੱਚ ਕੌਣ ਹੋਵੇਗਾ? ਤੇ ਕਹਿੰਦੇ ਜੀ ਉਹਦੇ ਅਖੀਰ ਦੇ ਵਿੱਚ ਵਾਹਿਗੁਰੂ ਹੈ। ਮਹਾਰਾਜ ਨੇ ਕਿਹਾ ਇਹ ਸਭ ਗੱਲਾਂ ਜਿਹੜੀਆਂ ਹਨ ਇਹ ਗਪੌੜੀਆਂ, ਇਹ ਗੱਪ ਹਨ। ਅਸਲ ਦੇ ਵਿੱਚ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ। ਮਹਾਰਾਜ ਜੀ ਨੇ ਕਹਿ ਦਿੱਤਾ, ਇਹ ਧਾਰਨਾ ਦਾ ਖੰਡਨ ਕਰ ਦਿੱਤਾ ਕਿ ਭਾਈ ਕੋਈ ਧੌਲਾ ਬਲਦ ਨਹੀਂ ਹੈ ਜਿਹਦੇ ਆਸਰੇ ਤੇ ਟਿਕੀ ਹੋਈ ਹੈ। ਮਹਾਰਾਜ ਜੀ ਨੇ ਕਿਹਾ ਧਰਤੀ ਆ ਧਰਮ ਦੇ ਵਾਹਿਗੁਰੂ ਦੇ ਆਸਰੇ ਦੇ ਉੱਤੇ ਟਿਕੀ ਹੋਈ ਹੈ, ਲੇਕਿਨ ਵਾਹਿਗੁਰੂ ਦੇ ਆਸਰੇ ਤੇ ਧਰਤੀ ਟਿਕੀ ਹੋਈ ਹੈ, ਲੇਕਿਨ ਵਾਹਿਗੁਰੂ ਨੂੰ ਕੋਈ ਆਸਰਾ ਨਹੀਂ ਹੈ। ਸਾਰਿਆਂ ਨੂੰ ਉਹੀ ਆਸਰਾ ਦਿੰਦਾ, ਲੇਕਿਨ ਉਹਨੂੰ ਆਸਰਾ ਦੇਣ ਵਾਲਾ ਕੋਈ ਨਹੀਂ ਹੈ। ਉਹ ਨਿਆਸਰਾ ਹੈ ਤੇ ਅਲੰਬ ਹੈ, ਉਹਨੂੰ ਕੋਈ ਆਸਰਾ ਨਹੀਂ ਦਿੰਦਾ। ਸੰਖ ਬਿਖੈ ਜੋ ਅਸੰਖ, ਸਤਿਗੁਰੂ ਜੀ ਦੱਸਦੇ ਹਨ ਸੰਖਿਆ ਜਦੋਂ ਆਪਾਂ ਕਰਦੇ ਹਾਂ, ਗਿਣਤੀ ਕਰਦੇ ਹਾਂ, ਤੇ ਜਿੱਥੇ ਪਿਆਰਿਓ ਅੱਜ ਗਿਣਤੀ ਦੇ ਵਿੱਚ ਅਰਬ ਬਣ ਗਿਆ, ਖਰਬ ਬਣ ਗਿਆ, ਦਿਰਬ ਬਣ ਗਿਆ, ਇਸ ਤਰ੍ਹਾਂ ਸੰਖਿਆ ਜਿਹੜੀ ਹੈ ਫਿਰ ਇੱਕ ਥਾਂ ਤੇ ਸੰਖਿਆ ਸਾਡੀ ਮੁੱਕ ਜਾਂਦੀ ਹੈ। ਸੰਖਿਆ ਤਾਂ ਮੁੱਕ ਜਾਵੇਗੀ, ਲੇਕਿਨ ਪਰਮਾਤਮਾ ਅਸੰਖ ਹੈ। ਅਸੰਖ ਨਾਵ ਅਸੰਖ ਥਾਉ, ਅਗੰਮ ਅਗੰਮ ਅਸੰਖ ਲੋ।
ਅਸੰਗ ਕਾਹੇ ਸਿਰ ਭਾਰ ਹੋਏ, ਆਖਰੀ ਨਾਮ ਆਖਰੀ ਸਾਲਾਹ। ਆਖਰੀ ਗਿਆਨ ਗੀਤ ਗੁਣ ਗਾਹ। ਮਹਾਰਾਜ ਜੀ ਨੇ ਕਿਹਾ ਪਰਮਾਤਮਾ ਦਾ ਨਾਮ ਅਸੰਖ ਹੈ। ਨਾਲ ਇਹ ਵੀ ਕਹਿ ਦਿੱਤਾ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਗਲਵਡ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਦੁਨੀਆ ਦੇ ਵਿੱਚ ਪਿਆਰਿਓ ਕੋਈ ਘਾਟਾ ਨਹੀਂ ਹੈ। ਇੱਥੇ ਚੰਗੇ ਬੰਦੇ ਵੀ ਬਹੁਤ ਹਨ ਤੇ ਅਸੰਖ ਪਾਪੀ ਵੀ ਹਨ। ਅਸੰਖ ਗਲਵਡ ਹੱਤਿਆ ਕਮਾਏ, ਲੋਕਾਂ ਦਾ ਕਤਲ ਕਰਕੇ ਬੰਦਿਆਂ ਨੂੰ ਮਾਰ ਕੇ ਖਾਣ ਵਾਲੇ ਵੀ ਅਸੰਖ ਹਨ, ਅਣਗਿਣਤ ਹਨ। ਤੇ ਪਰਮਾਤਮਾ ਗਿਣਤੀ ਤੋਂ ਪਰੇ ਹੈ, ਵਿਸ਼ੇਸ਼ ਅਸ਼ੇਸ਼ ਹੈ, ਤੇ ਉਹ ਵਿਸ਼ੇਸ਼ ਹੈ ਤੇ ਸਾਰਿਆਂ ਤੋਂ ਉਹ ਅਸ਼ੇਸ਼ ਹੈ। ਸ਼ੇਸ਼ ਨਿਦੇਸ਼ ਧੁਰੂ, ਤੇ ਜਿਸ ਨੂੰ ਸ਼ੇਸ਼ ਨਾਗ ਵੀ ਜਿਹਦਾ ਨਾਮ ਜਿਹੜਾ ਨਿਤ ਨਵਾਂ ਜਿਹਦਾ ਨਾਮ ਜਪਦਾ, ਮਹਾਰਾਜ ਨੇ ਕਿਹਾ ਨਾ ਸੇਸ ਨਾਗ ਸਿਰ ਸਹੰਸ ਬਨਾਈ, ਦਵੈ ਸਹੰਸ ਰਸ ਨਾਹ ਸੁਹਾਈ, ਰਤਨ ਲਗੇ ਅਬ ਨਾਮ ਅਪਾਰਾ, ਤੁਮਰੋ ਤਉ ਨਾ ਪਾਵਤ ਪਾਰਾ। ਸ਼ੇਸ਼ ਨਾਗ ਵੀ ਜਿਹੜਾ ਉਹਦਾ ਜਸ ਕਰ ਰਿਹਾ, ਨਿਤ ਨਵਾਂ ਨਾਮ ਲੈ ਰਿਹਾ, ਉਹ ਹੈ ਭਾਈ ਵਾਹਿਗੁਰੂ। ਜੋ ਅਸਚਰਜ ਮਹਾ ਬਿਸਮਾਵਤ, ਸਤਿਗੁਰੂ ਜੀ ਦੱਸਦੇ ਹਨ ਜੋ ਅਸਚਰਜ ਰੂਪ ਹੈ, ਸਾਰਿਆਂ ਨੂੰ ਵਿਸਮਿਤ ਕਰਨ ਵਾਲਾ। ਤਾਹਿ ਕਹੋ ਮੁਖ ਵਾਹਿਗੁਰੂ, ਉਹਨੂੰ ਹੀ ਪਿਆਰਿਓ ਤੁਸੀਂ ਉਚਾਰਨ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹੀ ਹੈ ਏਕਮ ਏਕ ਕਲਾ ਸਸ ਕੀ। ਸਤਿਗੁਰੂ ਜੀ ਹੁਣ ਅੱਗੇ ਅਗਲੇ ਬੰਦ ਦੇ ਵਿੱਚ ਦੂਜੇ ਪ੍ਰਮਾਣ ਲੈ ਕਰਕੇ ਦੱਸਦੇ ਹਨ, ਜਿਸ ਤਰ੍ਹਾਂ ਕਿ ਜਦੋਂ ਚੰਦਰਮਾ ਚੜ੍ਹਦਾ ਹੈ, ਏਕਮ ਵਾਲਾ ਚੰਦਰਮਾ ਜਿਹੜਾ ਹੈ, ਬੇਸ਼ੱਕ ਪਿਆਰਿਓ ਚੰਦਰਮਾ ਤਾਂ ਉਹੀ ਹੈ, ਉਹੀ ਵੱਧ ਕਰਕੇ ਜਿਹੜਾ ਹੈ ਪੁੰਨਿਆਂ ਵਾਲਾ ਚੰਦਰਮਾ ਬਣ ਜਾਂਦਾ। ਲੇਕਿਨ ਏਕਮ ਵਾਲਾ ਚੰਦਰਮਾ ਬੜਾ ਛੋਟਾ ਹੈ, ਲੇਕਿਨ ਉਹਦੇ ਸੰਭਾਵਨਾ ਛੁਪੀ ਹੋਈ ਹੈ। ਆਪਾਂ ਵੇਖਦੇ ਹਾਂ ਬੱਚਾ ਜਿਹੜਾ ਹੈ, ਦੇਖੋ ਜਦੋਂ ਉਹਦਾ ਜਨਮ ਹੁੰਦਾ ਕਿੰਨਾ ਨਿੱਕਾ ਹੁੰਦਾ ਹੈ, ਲੇਕਿਨ ਉਹਦੇ ਅੰਦਰ ਪਿਆਰਿਓ ਕਿੰਨੀ ਵੱਡੀ ਸੰਭਾਵਨਾ ਹੈ। ਮਹਾਰਾਜ ਜੀ ਨੇ ਕਿਹਾ ਬਟਕ ਬੀਜ ਮੈਂ ਰਵ ਰਹੇ ਹੋ ਜਾਂ ਕੋ 3 ਲੋਕ ਵਿਸਥਾਰ। ਬੋੜ ਦਾ ਦਰਖਤ ਆਪਨੇ ਵੇਖਿਆ ਹੋਵੇਗਾ ਕਿੰਨਾ ਵੱਡਾ ਹੁੰਦਾ, ਲੇਕਿਨ ਬੋੜ ਦੇ ਦਰਖਤ ਦਾ ਜੋ ਬੀਜ ਹੁੰਦਾ ਤੇ ਰਾਈ ਦੇ ਦਾਣੇ, ਖਸਖਸ ਦੇ ਦਾਣੇ ਵਰਗਾ ਨਿੱਕਾ ਛੋਟਾ ਹੁੰਦਾ। ਇੰਨੇ ਛੋਟੇ ਦੇ ਬੀਜ ਦੇ ਵਿੱਚ ਸਿਆਣੇ ਵਿਦਵਾਨ ਦੱਸਦੇ ਇੰਨਾ ਵੱਡਾ ਦਰਖਤ ਜਿਹੜਾ ਛੁਪਿਆ ਹੋਇਆ ਹੈ, ਲੇਕਿਨ ਉਹਨੂੰ ਬੋ ਦਿਓ, ਬੋਣ ਤੋਂ ਬਾਅਦ ਕਈ ਸਾਲਾਂ ਤੋਂ ਬਾਅਦ ਪਤਾ ਲੱਗੇਗਾ ਕਿ ਭਾਈ ਬੋਇਆ ਤਾਂ ਸੀ ਨਿੱਕਾ ਬੀਜ, ਅੱਜ ਉਹ ਇੰਨਾ ਵੱਡਾ ਦਰਖਤ ਬਣ ਗਿਆ। ਜਦੋਂ ਬੱਚਿਆਂ ਦਾ ਵੀ ਜਨਮ ਹੁੰਦਾ ਕਿੰਨੇ ਛੋਟੇ ਹੁੰਦੇ ਹਨ, ਲੇਕਿਨ ਉਹਨਾਂ ਦੇ ਅੰਦਰ ਕਿੰਨੀ ਸੰਭਾਵਨਾ ਜਿਹੜੀ ਹੈ ਟਿਕੀ ਹੋਈ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਦੱਸਦੇ ਇਸ ਤਰ੍ਹਾਂ ਹੀ ਪ੍ਰਮਾਤਮਾ ਜਿਹੜਾ ਜਿਸ ਤਰ੍ਹਾਂ ਏਕਮ ਦਾ ਚੰਦਰਮਾ ਦੇ ਅੰਦਰ ਪੁੰਨਿਆਂ ਦੀ ਜੋਤ ਟਿਕੀ ਹੋਈ ਹੈ, ਇਸ ਤਰ੍ਹਾਂ ਛੋਟੇ ਹੋਵੇ ਭਾਵੇਂ ਕੋਈ ਵੱਡਾ ਹੋਵੇ, ਸਾਰਿਆਂ ਦੇ ਵਿੱਚ ਵਾਹਿਗੁਰੂ ਸਮਾਹਿਤ ਹੈ। ਗੁਲ ਮੈਂ ਜਿਸ ਗੰਧ ਭਨੈ ਸਗਰੂ, ਤੇ ਗੁਲ ਦੇ ਵਿੱਚ ਫੁੱਲਾਂ ਦੇ ਵਿੱਚ ਪ੍ਰਮਾਤਮਾ ਖੁਸ਼ਬੂ ਦੇ ਰੂਪ ਦੇ ਵਿੱਚ ਉਹਦੇ ਵਿੱਚ ਵਰਤਦਾ ਹੈ। ਫੁੱਲਾਂ ਦੇ ਵਿੱਚ ਵੀ ਵੇਖਣਾ ਹੈ ਪ੍ਰਮਾਤਮਾ ਨੂੰ। ਸਤਿਗੁਰੂ ਕਹਿਣ ਲੱਗੇ ਜਿਹੜੇ ਫੁੱਲ ਦੇ ਵਿੱਚ ਖੁਸ਼ਬੂ ਹੈ ਉਹ ਕਿਹਦੀ ਹੈ ਭਾਈ? ਉਹ ਤਾਂ ਵਾਹਿਗੁਰੂ ਦੀ ਹੈ। ਪੈ ਮਧ ਜਿਉ ਸਨ ਹੋਤ ਸਦੀਵ, ਜਿਸ ਤਰ੍ਹਾਂ ਕਿ ਪੈ ਦੇ ਵਿੱਚ ਦੁੱਧ ਦੇ ਵਿੱਚ ਘਿਓ ਜਿਹੜਾ ਹੈ, ਮੱਖਣ ਜਿਹੜਾ ਛੁਪਿਆ ਹੋਇਆ ਹੈ, ਲੇਕਿਨ ਪਿਆਰਿਓ ਮੱਖਣ ਛੁਪਿਆ ਹੋਇਆ ਪ੍ਰਗਟ ਨਹੀਂ ਹੁੰਦਾ, ਉਹਨੂੰ ਪ੍ਰਗਟ ਕਰਨਾ ਪੈਂਦਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਗੁਰਬਾਣੀ ਦੇ ਵਿੱਚ 9ਵੇਂ ਪਾਤਸ਼ਾਹ ਜੀ ਦਾ ਆਪਾਂ ਸ਼ਬਦ ਪੜ੍ਹਦੇ ਆ ਕਿ ਪਹੁਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਪਹੁਪ ਮਤ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ 2 ਦ੍ਰਿਸ਼ਟਾਂਤ ਇਹ ਸ਼ਬਦ ਵਿੱਚ ਵਰਤਨੇ ਕੀਤੇ, ਜੋ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵਾਹਿਗੁਰੂ ਦੇ ਬਾਬਤ ਉਚਾਰਨ ਕੀਤਾ। ਪੁਹਪ ਮਤ, ਮਹਾਰਾਜ ਜੀ ਨੂੰ ਪੁੱਛਿਆ ਮਹਾਰਾਜ ਪਰਮਾਤਮਾ ਉਹ ਸਾਰਿਆਂ ਦੇ ਵਿੱਚ ਆਪ ਜੀ ਕਹਿੰਦੇ ਵਸਦਾ,
ਉਹ ਕਿਹੜੇ ਰੂਪ ਦੇ ਵਿੱਚ ਵਸਦਾ? ਮਹਾਰਾਜ ਜੀ ਨੇ ਕਿਹਾ ਪੁਹਪ। ਪੁਹਪ ਦਾ ਮਤਲਬ ਹੈ ਫੁੱਲ। ਫੁੱਲ ਦੇ ਵਿੱਚ ਪ੍ਰਮਾਤਮਾ ਖੁਸ਼ਬੂ ਕਰਕੇ ਵਸ ਰਿਹਾ। ਮੁਕਰ ਮਾਹੇ ਜੈਸੇ ਛਾਈ। ਮੁਕਰ ਦਾ ਮਤਲਬ ਕਿ ਜਿਸ ਤਰ੍ਹਾਂ ਕਿ ਸ਼ੀਸ਼ਾ ਜਿਹੜਾ ਹੁੰਦਾ ਉਹਦੇ ਵਿੱਚ ਛਾਇਆ ਜਿਹੜੀ ਹੈ ਵਸਦੀ ਹੈ, ਤੈਸੇ ਹੀ ਹਰ ਵਸੈ ਨਿਰੰਤਰ ਘਟ ਹੀ ਖੋਜੋ ਭਾਈ। ਇਸ ਤਰ੍ਹਾਂ ਹੀ ਸਾਰਿਆਂ ਦੇ ਵਿੱਚ ਪ੍ਰਮਾਤਮਾ ਜਿਹੜਾ ਹੈ ਵਸ ਰਿਹਾ। ਦੁੱਧ ਦੇ ਵਿੱਚ ਜਿਸ ਤਰ੍ਹਾਂ ਘਿਓ ਛੁਪਿਆ ਹੋਇਆ, ਮੱਖਣ ਛੁਪਿਆ ਹੋਇਆ, ਲੇਕਿਨ ਦੁੱਧ ਨੂੰ ਜਾਗ ਲਾਣਾ ਪਵੇਗਾ, ਉਹਨੂੰ ਰੇੜਕਾ ਦੇਣਾ ਪਵੇਗਾ, ਤਾਂ ਜਾ ਕਰਕੇ ਮੱਖਣ ਦੀ ਪ੍ਰਾਪਤੀ ਹੁੰਦੀ ਹੈ। ਅੰਬ ਮੈਂ ਮਾਧੁਰਤਾ ਜੋ ਭਰੂ। ਅੰਬ ਦਾ ਮਤਲਬ ਜੋ ਆਪਾਂ ਛਕਦੇ ਨਾ ਫਲ ਅੰਬ, ਅੰਬ ਦੇ ਵਿੱਚ ਜੋ ਮਿਠਾਸ ਹੈ ਉਹ ਮਿਠਾਸ ਕਰਕੇ ਭਾਵ ਕਿ ਜਿੰਨੇ ਵੀ ਆਪਾਂ ਫਲ ਛਕਦੇ ਆ ਉਹਦੇ ਵਿੱਚ ਮਿੱਠੇ ਫਲਾਂ ਦੇ ਵਿੱਚ ਮਿੱਠਾ ਰਸ ਕਰਕੇ ਰੱਬ ਵਸ ਰਿਹਾ। ਕੌੜੇ ਫਲਾਂ ਸਬਜ਼ੀਆਂ ਦੇ ਵਿੱਚ ਕੌੜਤਣ ਦੇ ਵਿੱਚ ਉਹ ਵਸ ਰਿਹਾ ਹੈ। ਔਰ ਮਹਾਰਾਜ ਜੀ ਦੱਸਦੇ ਹਨ ਕਈ ਜਿਹੜੇ ਇਹੋ ਜਿਹੇ ਫਲ ਹੁੰਦੇ ਬੜੇ ਕਸੈਲੇ ਹੁੰਦੇ, ਉਹਦੇ ਵਿੱਚ ਕਸੈਲੇ ਰਸ ਕਰਕੇ ਰੱਬ ਵਸਦਾ ਹੈ ਅਤ ਤੇਜ ਹਲਾਹਲ ਮੈਂ। ਹਲਾਹਲ ਦਾ ਭਾਵ ਕਿ ਜ਼ਹਿਰ ਦੇ ਵਿੱਚ ਵੀ ਤਾਂ ਰੱਬ ਦਾ ਵਾਸਾ, ਵਾਹਿਗੁਰੂ ਦਾ ਵਾਸਾ, ਲੇਕਿਨ ਉਹਦੇ ਵਿੱਚ ਰੂਪ ਬਦਲ ਗਿਆ। ਜ਼ਹਿਰ ਦੇ ਵਿੱਚ ਤੇਜ ਰੂਪ ਦੇ ਵਿੱਚ ਪ੍ਰਮਾਤਮਾ ਵਾਹਿਗੁਰੂ ਦਾ ਵਾਸਾ ਹੈ। ਇਮ ਵਿੱਚ ਬਿਰਾਜਤ ਹੈ ਸਫਰੂ। ਇਸ ਤਰ੍ਹਾਂ ਸਫਰੂਪ ਦਾ ਭਾਵ ਕਿ ਸਾਰਿਆਂ ਦੇ ਵਿੱਚ ਪ੍ਰਮਾਤਮਾ ਦੀ ਜੋਤ ਜਿਹੜੀ ਹੈ ਜਗਮਗਾ ਰਹੀ ਹੈ, ਵਾਹਿਗੁਰੂ ਜੀ ਵਸ ਰਹੇ ਹਨ। ਜੋ ਆਸ਼ਚਰਜ ਮਹਾ ਬਿਸਮਾਵਤ। ਜੋ ਆਸ਼ਚਰਜ ਰੂਪ ਦੇ ਵਿੱਚ ਹੈ, ਸਾਰਿਆਂ ਨੂੰ ਵਿਸਮਿਤ ਕਰਨ ਵਾਲਾ ਹੈ ਭਾਈ। ਤਾਂ ਹੋ ਮੁਖ ਵਾਹਿਗੁਰੂ। ਸਤਿਗੁਰੂ ਜੀ ਕਹਿੰਦੇ ਤੁਸੀਂ ਵੀ ਉਚਾਰਨ ਕਰਨਾ ਕਰੋ, ਉਹਨੂੰ ਹੀ ਕਹਿੰਦੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦੋਹਰਾ ਸਭ ਸੰਗਤ ਕੋ ਸਤਿਗੁਰੂ ਅਰਥ ਦਿਓ ਸਮਝਾ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਪਿਆਰਿਓ ਅਸ਼ਟ ਪਦਿਆਂ ਦੇ ਵਿੱਚ, ਅਸ਼ਟੂਪਕ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਵਾਹਿਗੁਰੂ ਸ਼ਬਦ ਦੇ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਹੈ, ਬਾਬਾ ਜੀ ਆਪ ਜੀ ਮਹਾਰਾਜ ਨੂੰ ਬੇਨਤੀ ਕਰੋ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬਚਨ ਕੀਤਾ, ਮਹਾਰਾਜ ਕਿਰਪਾ ਕਰੋ ਵਾਹਿਗੁਰੂ ਦੇ ਅਰਥ ਆਪ ਜੀ ਸਾਨੂੰ ਸਪਸ਼ਟ ਕਰਾਓ। ਤਾਂ ਆਪ ਜੀ ਨੇ ਰਾਏ ਨਿਸਬਾਸੁਰ ਸਿਮਰਹੁ ਇਸੇ। ਵਾਹਿਗੁਰੂ ਦਾ ਅਰਥ ਪਤਾ ਚੱਲ ਗਿਆ। ਹੁਣ ਇਹਦਾ ਅਰਥ ਪਤਾ ਚੱਲ ਗਿਆ, ਹੁਣ ਤੁਹਾਡੀ ਡਿਊਟੀ ਹੈ ਦਿਨ ਰਾਤੀ ਆਰਾਧੋ ਪਿਆਰਿਓ ਨਿਮਖ ਨਾ ਕੀਚੈ ਢੀਲਾ। ਹੁਣ ਦਿਨ ਰਾਤ ਸਦਾ ਅੱਠੇ ਪੈਰ ਜਾਪ ਕਰਨਾ ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਨਾ ਹੈ। ਬਨਾਇਓ ਅਸ਼ਟਕ ਅਰਥ ਕੋ ਵਾਹਿਗੁਰੂ ਸਤਨਾਮ। ਇਹ ਅਸ਼ਟਕ ਜਿਹੜਾ ਹੈ 8 ਪਦਿਆਂ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਮਹਾਰਾਜ ਜੀ ਨੇ ਵਖਿਆਨ ਕਰਨਾ ਕੀਤਾ, ਅਰਥ ਦੱਸਣੇ ਕੀਤੇ। ਨਿਤ ਪ੍ਰਤ ਪੜ੍ਹੈ ਜੋ ਪ੍ਰੇਮ ਕਰ ਠਾਨਹਿ ਗੁਰੂ ਪ੍ਰਣਾਮ। ਕਵੀ ਰਾਜ ਜੀ ਦੱਸਦੇ ਹਨ ਕਿ ਜਿਹੜੇ ਭਾਈ ਇਹ 8 ਪਦਿਆਂ ਦਾ ਪ੍ਰੇਮ ਦੇ ਸੰਯੁਕਤ ਹੋ ਕਰਕੇ ਪਾਠ ਕਰਦੇ ਤੇ ਫਿਰ ਬਾਅਦ ਦੇ ਵਿੱਚ ਇਸ ਬਾਣੀ ਨੂੰ ਵਾਹਿਗੁਰੂ ਮਹਾਰਾਜ ਜੀ ਨੂੰ ਗੁਰਮੰਤਰ ਨੂੰ ਪ੍ਰਣਾਮ ਕਰਦੇ ਹਨ। ਸੁਤ ਬਿਤ ਅਧਿਕ ਕਾਮਨਾ ਸਤਿਗੁਰ ਤੇ ਸਭ ਪਾਏ। ਸੁਤ ਬਿਤ ਆਦਿਕ ਜਿੰਨੀ ਵੀ ਜੋ ਉਹਨਾਂ ਦੀ ਸ਼ੁਭ ਕਾਮਨਾ ਹੈ ਸਤਿਗੁਰੂ ਮਹਾਰਾਜ ਜੀ ਤੋਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਰਤ ਦਿਨ ਦੋਨੋਂ ਲੋਕ ਮੈਂ ਹੋਵੇਂ ਗੁਰੂ ਸਹਾਇ। ਤੇ ਸਤਿਗੁਰੂ ਮਹਾਰਾਜ ਇਹ ਵਾਹਿਗੁਰੂ ਗੁਰਮੰਤਰ ਜਿਹੜਾ ਦੋਵੇਂ ਲੋਕਾਂ ਦੇ ਵਿੱਚ ਲੋਕ ਸੁਖੀ ਤੇ ਪਰਲੋਕ ਉਹਨਾਂ ਦਾ ਸੁਹੇਲਾ ਹੋ ਜਾਂਦਾ ਹੈ। ਇੱਥੇ ਉੱਥੇ ਰਖਵਾਲਾ ਹੈ। ਇਸ ਲੋਕ ਤੇ ਪਰਲੋਕ ਦੇ ਵਿੱਚ ਵਾਹਿਗੁਰੂ ਗੁਰਮੰਤਰ ਉਹਨਾਂ ਦੀ ਰਾਖੀ ਕਰਦਾ। ਚੌਪਈ ਅਧਿਕ ਪ੍ਰਸੰਨ ਪਈ ਤਬ ਸੰਗਤ। ਇਹ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਅਰਥਾਂ ਨੂੰ ਸਰਵਣ ਕਰਕੇ ਸੰਗਤਾਂ ਬਹੁਤ ਜ਼ਿਆਦਾ ਪ੍ਰਸੰਨ ਹੋਈ ਹੈ। ਮੁਖ ਬਿਕਸੇ ਜਨ ਪੰਗਜ ਪੰਕਤ। ਜਿਸ ਤਰ੍ਹਾਂ ਕੇ ਪਿਆਰਿਓ ਕਿਥੇ ਸਰੋਵਰ ਦੇ ਵਿੱਚ ਇਹਦਾ ਬਾਗ ਲੱਗਿਆ ਹੋਇਆ ਹੋਵੇ, ਭਾਵ ਕਿ ਬਹੁਤ ਸਾਰੇ ਕਮਲ ਫੁੱਲ ਲੱਗੇ ਹੋਏ ਹੋਣ ਤੇ ਇੱਕ ਸੂਰਜ ਨੂੰ ਵੇਖ ਕਰਕੇ ਸਾਰੀ ਕਮਲਾਂ ਦੀ ਵਾਟਿਕਾ ਜਿਸ ਤਰ੍ਹਾਂ ਖਿੜ ਜਾਂਦੀ ਹੈ,
ਇਸ ਤਰ੍ਹਾਂ ਸਾਰੇ ਸਿੱਖਾਂ ਦੇ ਮੁਖ ਮਸਤਕ ਮਹਾਰਾਜ ਜੀ ਦੇ ਦਰਸ਼ਨ ਕਰਕੇ ਖਿੜ ਗਏ। ਤਬ ਹੈ ਖਰੋ ਬ੍ਰਿਧ ਤਤਕਾਲਾ, ਉਸ ਵੇਲੇ ਖੜੇ ਹੋ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਸੋ ਜਸ ਗੁਰੂ ਕੋ ਕਹਿਤ ਰਸਾਲਾ, ਸਤਿਗੁਰੂ ਮਹਾਰਾਜ ਜੀ ਦਾ ਬਹੁਤ ਜ਼ਿਆਦਾ ਰਸਾਲ ਉਹਨਾਂ ਨੇ ਸੁਜਸ ਉਸਤਤੀ ਕਰਨੀ ਕੀਤੀ। ਭੁਜੰਗ ਪ੍ਰਿਆਤ ਛੰਦ, ਭੁਜੰਗ ਪ੍ਰਿਆਤ ਛੰਦ ਦੇ ਵਿੱਚ ਇਹ ਸ਼ਬਦੀ ਚਾਲ ਦੇ ਵਿੱਚ ਪਿਆਰਿਓ ਇਹਨੂੰ ਪੜ੍ਹਨਾ ਹੈ। ਆਪਾਂ ਰੋਜ਼ ਜਾਪ ਸਾਹਿਬ ਪੜ੍ਹਦੇ ਆ, ਕਈ ਵਾਰੀ ਇਹ ਚਾਲ ਆਪਾਂ ਪੜ੍ਹਦੇ ਆ ਤੇ ਇਹ ਚਾਲ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਜਸ ਕੀਤਾ। ਨਮੋ ਸੱਚਿਦਾਨੰਦ ਗੋਬਿੰਦ ਜੋਗੀ, ਹੱਥ ਜੋੜ ਕਰਕੇ ਗਲ ਵਿੱਚ ਪੱਲਾ ਪਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਸੱਚ ਦਾ ਨੰਦ ਹੋ, ਆਪ ਜੀ ਗੋਬਿੰਦ ਹੋ, ਜੋਗੀ ਹੋ, ਤੁਹਾਨੂੰ ਨਮਸਕਾਰ ਹੋਵੇ। ਤ੍ਰਿਲੋਕੀ ਪਤੀ ਆਪ ਭੋਗੀ ਅਭੋਗੀ, ਆਪ ਜੀ ਸਾਰੇ ਤ੍ਰਿਲੋਕਾਂ ਦੇ ਪਤੀ ਹੋ, ਮਾਲਕ ਹੋ ਤੇ ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ। ਇਹ ਆਪ ਜੀ ਦੇ ਚੋਜ ਹਨ। ਇੱਕ ਪਾਸੇ ਮਹਾਰਾਜ ਭੋਗੀ ਬਣ ਕਰਕੇ ਤੇ ਇੱਕ ਪਾਸੇ ਜੋਗੀ ਬਣ ਕਰਕੇ ਵਰਤਦੇ ਹੋ। ਨਿਰਾਕਾਰ ਕੋ ਰੂਪ ਸਾਕਾਰ ਹੋਇਓ, ਤੇ ਆਪ ਜੀ ਦੇ ਵਿੱਚ ਨਿਰਾਕਾਰ ਪਰਮਾਤਮਾ ਦਾ ਰੂਪ ਜਿਹੜਾ ਸਾਕਾਰ ਹੋ ਗਿਆ ਹੈ। ਜਪੈ ਸਤਨਾਮੰ ਸਿੱਖੀ ਬੀਜ ਬੋਇਓ, ਜਿਹੜਾ ਵੀ ਆਪ ਜੀ ਨੇ ਸਤਿਗੁਰੂ ਮਹਾਰਾਜ ਸਿੱਖੀ ਦਾ ਬੀਜ ਜਿਹੜਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਕੇ ਸਿੱਖੀ ਦਾ ਬੀਜ ਬੋਣਾ ਕੀਤਾ। ਜੋ ਸਿੱਖੀ ਅੱਜ ਸਨ, ਇਹੋ ਜਿਹੇ ਅਣਗਿਣਤ ਲੋਕਾਂ ਨੂੰ ਆਪ ਜੀ ਨੇ ਸਤਿਗੁਰੂ ਮਹਾਰਾਜ ਮੋਖ ਦੀ ਪ੍ਰਾਪਤੀ ਕੀਤੀ ਹੈ, ਉਹਨਾਂ ਨੂੰ ਮੁਕਤ ਕਰ ਦੇਣਾ ਕੀਤਾ। ਸਦਾ ਜੈ ਨਮਸਤੰ ਨਮਸਤੰ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਡੀ ਸਦਾ ਜੈ ਜੈਕਾਰ ਹੋਵੇ, ਜੈ ਜੈਕਾਰ ਹੋਵੇ। ਬਾਰ ਬਾਰ ਮੈਂ ਆਪ ਜੀ ਦੇ ਚਰਨਾਂ ਦੇ ਉੱਤੇ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਆਪ ਜੀ ਦੇ ਚਰਨਾਂ ਦੇ ਉੱਤੇ ਮੈਂ ਨਮਸਕਾਰ ਕਰਦਾ ਹਾਂ। ਤੇ ਨਮਸਕਾਰ ਤਾਂ ਕੋ ਲੱਖ ਬਾਰ ਇਹ ਮਨ ਦੀਜੈ ਤਾਂ ਕੋ ਵਾਰ, ਆਪਣਾ ਮਨ ਵਾਰਦਾ ਲੱਖ ਵਾਰੀ ਆਪ ਜੀ ਨੂੰ ਪ੍ਰਣਾਮ ਕਰਦਾ ਜੀ। ਦੋਹਰਾ ਸ਼੍ਰੀ ਬੁੱਢੇ ਅਸ਼ਟਕ ਕਰਿਓ, ਸੁਨ ਸਤਿਗੁਰ ਸੁਖਦਾਇ। ਤੇ ਸਤਿਗੁਰੂ ਮਹਾਰਾਜ ਜੀ ਨੇ ਜੋ ਵਾਹਿਗੁਰੂ ਦੇ ਅਰਥ ਕਰਨੇ ਕੀਤੇ, ਬਾਬਾ ਬੁੱਢਾ ਸਾਹਿਬ ਜੀ ਨੇ 8 ਪਦਿਆਂ ਦੇ ਵਿੱਚ ਉਹੀ ਜਿਹੜੇ ਅਰਥਾਂ ਨੂੰ ਕਲਮ ਬੰਦ ਕਰਨਾ ਕੀਤਾ। ਭਾਈ ਪਦ ਬਖਸ਼ਨ ਕਰਿਓ, ਸੁਨਤ ਸਿੱਖ ਸਮੁਦਾਇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਪਿਆਰਿਓ ਬਾਬਾ ਬੁੱਢਾ ਸਾਹਿਬ ਜੀ ਨੂੰ ਭਾਈ ਪਦ ਦੇ ਉੱਤੇ ਬਿਰਾਜਮਾਨ ਕਰਨਾ ਕੀਤਾ। ਇਹ ਜੋ ਸ਼ਬਦ ਹੈ ਨਾ ਪਿਆਰਿਓ ਭਾਈ ਸਾਹਿਬ, ਸਭ ਤੋਂ ਪਹਿਲੀ ਇਹ ਦਾਤ ਭਾਈ ਸਾਹਿਬ ਦੀ ਪਦਵੀ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੀ ਹੈ। ਬਹੁਤ ਵੱਡਾ ਪਿਆਰਿਓ ਇਹ ਰੁਤਬਾ ਹੈ। ਆਮ ਕਰਕੇ ਤਾਂ ਆਪਾਂ ਤੇ ਵੇਖਦੇ ਆ ਕੋਈ ਸੰਤ ਲਾ ਦਿੰਦਾ, ਕੋਈ ਬ੍ਰਹਮ ਗਿਆਨੀ, ਕੋਈ ਢਿਮਕਾਣਾ ਜੀ, ਕੋਈ ਫਲਾਨਾ, ਲੇਕਿਨ ਗੁਰੂ ਘਰ ਦੇ ਵਿੱਚ ਪਿਆਰਿਓ ਇਹ ਸਭ ਤੋਂ ਵੱਡਾ ਮਰਾਤਬਾ, ਇਹ ਲਕਬ ਜਿਹੜਾ ਭਾਈ ਸਾਹਿਬ ਦੀ ਪਦਵੀ ਦਿੱਤੀ ਜਾਂਦੀ ਹੈ। ਜਿਸ ਤਰ੍ਹਾਂ ਕਿ ਹੁਣ ਗਿਆਨੀ ਪਿੰਦਰਪਾਲ ਸਿੰਘ ਜੀ ਜੋ ਮਹਾਂਪੁਰਖ ਹਨ, ਬਹੁਤ ਸਿੱਖ ਪੰਥ ਦੇ ਸਭ ਤੋਂ ਵੱਡੇ ਵਿਦਵਾਨ ਵਿਚਾਰਕ ਹਨ, ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਪਦਵੀ ਪ੍ਰਾਪਤ ਹੋਈ ਹੈ। ਭਾਈ ਸਾਹਿਬ ਦਾ ਲਕਬ ਉਹਨਾਂ ਨੂੰ ਦਿੱਤਾ ਗਿਆ। ਸਭ ਤੋਂ ਪਹਿਲੇ ਇਹ ਖਿਤਾਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤਾ। ਚੌਪਈ ਪੜ੍ਹੈ ਸੁਨਹਿ ਅਸ਼ਟਕ ਮਨ ਲਾਵਹਿ। ਹੁਣ ਕਵੀ ਰਾਜ ਜੀ ਦੱਸਦੇ ਜਿਹੜਾ ਵੀ ਇਹਨੂੰ ਪੜ੍ਹੇਗਾ ਸੁਨੇਗਾ, ਸੂਜਨ ਸਕਲ ਪਦਾਰਥ ਪਾਵਹਿ, ਉਹਨੂੰ ਸਾਰੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇਗੀ। ਤਿਨ ਕੇ ਨਾਨਾ ਰੋਗ ਨਿਵਾਰੈ, ਤੇ ਨਾਨਾ ਤਰ੍ਹਾਂ ਦੇ ਰੋਗ ਉਹਨਾਂ ਦੇ ਨਿਵਰਤ ਹੋ ਜਾਂਦੇ ਹਨ। ਮਨ ਤੇ ਕਾਮ ਅਰ ਕ੍ਰੋਧ ਬਿਦਾਰੈ, ਮਨ ਦੇ ਵਿੱਚੋਂ ਉਹਨਾਂ ਜਗਿਆਸੂਆਂ ਦੇ ਕਾਮ ਕ੍ਰੋਧ ਵੀ ਨਿਵਰਤ ਹੋ ਜਾਂਦੇ। ਸੁਨ ਕਰ ਸਗਰੀ ਸੰਗਤ ਮੋਦਾ, ਸੁਣ ਕਰਕੇ ਸਾਰੀਆਂ ਸੰਗਤਾਂ ਬਹੁਤ ਜ਼ਿਆਦੀਆਂ ਪ੍ਰਸੰਨ ਹੋ ਗਈਆਂ। ਜੈ ਜੈ ਸ਼ਬਦ ਬਦਤ ਚੌਕੋ ਦਾ, ਚੌਕੋ ਦਾ ਚੌ ਚਫੇਰੀ ਸਾਰਿਆਂ ਨੇ ਸਤਿਗੁਰੂ ਮਹਾਰਾਜ ਜੀ ਦਾ ਜੈਕਾਰਾ ਕਰਨਾ ਕੀਤਾ। ਮਹਾਤਮ ਸਤਿਗੁਰ ਕੇਰਾ, ਸਤਿਗੁਰੂ ਮਹਾਰਾਜ ਜੀ ਦਾ ਬਹੁਤ ਵੱਡਾ ਭਾਈ ਮਹਾਤਮ ਹੈ। ਦਰਸ਼ਨ ਕੋ
ਦਰਸਤ ਚਹੁ ਫੇਰਾ। ਚੌਥ ਫੇਰੀ ਆ ਕਰਕੇ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਦੀਆਂ। ਬਹਰੋ ਕਹਿਓ ਕਨਾਤ ਧਨੀ ਜੈ। ਫਿਰ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਹੁਣ ਭਾਣਾ। ਇਸ ਤੋਂ ਪਹਿਲੇ ਵੀ ਸਤਿਗੁਰੂ ਮਹਾਰਾਜ ਨੇ ਤਾਂ ਪਿਆਰਿਓ ਕਮਰ ਕੱਸਾ ਕਾਸੀ ਲਿਆ ਸੀ। ਸਤਿਗੁਰੂ ਮਹਾਰਾਜ ਪ੍ਰਭਪੁਰ ਪਿਆਨਾ ਕਰਨੀ ਵਾਲੇ ਸਨ। ਬੱਚਿਆਂ ਨੇ ਆ ਕਰਕੇ ਰੋਗ ਪਾ ਦਿੱਤੀ। ਹੁਣ ਮਹਾਰਾਜ ਜੀ ਨੇ ਕਿਹਾ ਕਿ ਭਾਈ ਸਿੱਖੋ ਹੁਣ ਤੁਸੀਂ ਸਾਰੇ ਲਾਂਬੇ ਹੋ ਜਾਓ, ਦੂਰ ਹਟ ਜਾਓ। ਅਸੀਂ ਚੌਥ ਫੇਰੀ ਜਿੱਥੇ ਅਸੀਂ ਵਿਰਾਜਮਾਨ ਹੋਣਾ ਹੈ, ਤਨ ਦਾ ਤਿਆਗ ਕਰਨਾ, ਉਥੇ ਕਨਾਤ ਦਾ ਘੇਰਾ ਪਾ ਲਿਆ ਜੇ। ਸਰਬ ਨਿਕਸ ਕੇ ਬਾਹਰ ਜਾਓ। ਸਾਰੇ ਇਥੋਂ ਨਿਕਲ ਕਰਕੇ ਤੁਸੀਂ ਬਾਰ-ਬਾਰ ਚੱਲ ਜਾਓ। ਸਤਨਾਮ ਸਿਮਰੋ ਗੁਣ ਗਾਵੋ। ਤੇ ਸਤਿਗੁਰੂ ਜੀ ਕਹਿਣ ਲੱਗੇ ਬਾਹਰ ਜਾ ਕਰਕੇ ਗੱਲਾਂ ਬਾਤਾਂ ਨਹੀਂ ਕਰਨੀਆਂ। ਇਹ ਨਹੀਂ ਕਹਿਣਾ ਕਿ ਭਾਈ ਕੀ ਹੋ ਰਿਹਾ ਹੈ। ਬਾਰ-ਬਾਰ ਉਹ ਕਨਾਤ ਖੋਲ ਕੇ ਨਹੀਂ ਤੱਕਣਾ ਭਾਈ। ਉਥੇ ਬੈਠ ਕਰਕੇ ਜਾਪ ਕਰਨਾ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਨਾ। ਇਹ ਮਹਾਰਾਜ ਜੀ ਨੇ ਕਿਹਾ। ਹੁਣ ਸਤਿਗੁਰੂ ਮਹਾਰਾਜ ਆਪਣੇ ਜੀਵਨ ਦਾ ਅੰਤਮ ਚੋਜ ਕਿਸ ਤਰ੍ਹਾਂ ਵਰਤਾ ਕਰਕੇ ਪ੍ਰਭਪੁਰ ਪਿਆਨਾ ਕਰਦੇ ਹਨ, ਜੋਤੀ ਜੋਤ ਸਮਾਉਂਦੇ ਹਨ। ਇਹਦੇ ਨਾਲ ਹੀ ਪਿਆਰਿਓ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਜਿਹੜਾ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੋ ਸਾਖੀ ਕਥਾ, ਉਹਦੀ ਸਮਾਪਤੀ ਹੋ ਜਾਵੇਗੀ ਕੱਲ ਦੇ ਦੀਵਾਨ ਦੇ ਵਿੱਚ। ਫਿਰ ਪਰਸੋਂ ਤੋਂ ਕੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖਾਂ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ, ਹੈ ਵੀ ਸਚ। ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ, ਹੈ ਵੀ ਸਚ। ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ, ਹੈ ਵੀ ਸਚ। ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ, ਹੈ ਵੀ ਸਚ। ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ, ਹੈ ਵੀ ਸਚ। ਨਾਨਕ ਹੋਸੀ ਭੀ ਸਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ।
ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ 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 ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ